ਪਿਆਰੇ ਵਿਦਿਆਰਥੀਓ ਨਮਸਕਾਰ। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਸੈਂਪਲ ਪੇਪਰ ਜੋ PSPCL ਵੱਲੋਂ ਦਿੱਤਾ ਗਿਆ ਹੈਗਾ ਉਹਨੂੰ ਸੋਲਵ ਕਰਾਂਗੇ। ਨਾਲ ਹੀ ਦੇਖਾਂਗੇ ਕਿ ਕਿਹੜੇ ਟੌਪਿਕ ਨੇਗੇ ਜਿਹਦੇ ਵਿੱਚੋਂ ਬਿਜਲੀ ਬੋਰਡ ਨੇ ਜਿਹੜੇ ਕੁਐਸਚਨਸ ਆ ਉਹ ਚੱਕਣ ਦੀ ਕੋਸ਼ਿਸ਼ ਕੀਤੀ ਹੈਗੀ। ਆਪਾਂ ਇਹਨਾਂ ਨਾ ਸਿਰਫ ਕੁਐਸਚਨਸ ਨੂੰ ਕਰਾਂਗੇ ਬਲਕਿ ਉਹ ਟੌਪਿਕਸ ਨੂੰ ਅੱਛੀ ਤਰੀਕੇ ਨਾਲ ਕਲੀਅਰ ਕਰਾਂਗੇ ਤਾਂ ਕਿ ਇਹਦੇ ਨਾਲ ਮਿਲਦੇ ਜੁਲਦੇ ਜੇ ਕੋਈ ਵੀ ਕੁਐਸਚਨ ਆ ਜਾਂਦਾ ਸਾਡਾ ਪੇਪਰ ਦੇ ਵਿੱਚ ਫਸੇ ਨਾ। ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਨ ਲੱਗੇ ਆਂਗੇ। ਪਹਿਲੇ ਕੁਐਸਚਨ ਦੇ ਵਿੱਚ ਉਹਨੇ ਪੁੱਛਿਆ ਹੋਇਆ ਹੈਗਾ ਕਿ ਵਿਚ ਵਨ ਇਜ਼ ਨਾਟ ਦਾ ਕਰੈਕਟ ਸਟੇਟਮੈਂਟ, ਕਿਹੜੀ ਸਟੇਟਮੈਂਟ ਕਰੈਕਟ ਨਹੀਂ ਹੈਗੀ। ਹਮੇਸ਼ਾ ਰਹੇ ਜੇ ਕੋਈ ਇੱਦਾਂ ਦਾ ਕੁਐਸਚਨ ਆ ਜਾਵੇ ਜਿਹਦੇ ਵਿੱਚ ਸਾਨੂੰ ਥੋੜ੍ਹੀ ਬਹੁਤੀ ਕਨਫਿਊਜ਼ਨ ਹੋਵੇ ਤਾਂ ਸਿਰ ਪਹਿਲਾਂ ਉਹ ਚੀਜ਼ ਦੇਖੋ। ਮੰਨ ਲਓ ਆ ਪਹਿਲਾਂ ਸਾਨੂੰ ਨਹੀਂ ਆਉਂਦਾ, ਆਪਾਂ ਇਹ ਚੀਜ਼ ਦੇਖੋ ਕਿ ਜਿਹੜਾ ਦੂਜਾ ਹੈਗਾ, ਜਿਵੇਂ ਆ ਪਹਿਲਾ ਕੂਲਮ, ਵੈਸੇ ਤਾਂ ਜਿਹੜੇ ਜਾਊਲ ਹੁੰਦੇ ਆ ਨਾ, ਕੂਲਮ ਲਾ ਹੁੰਦਾ ਇੱਕ, ਉਹਦੀ ਇਹ ਡੈਫੀਨੇਸ਼ਨ ਦਿੱਤੀ ਹੋਈ ਆ। ਕੂਲਮ ਲਾ ਕਹਿੰਦਾ ਹੈਗਾ ਕਿ ਜੇ ਇੱਕ ਜਾਊਲ ਆਪਾਂ ਨੂੰ ਪਤਾ ਜਾਊਲ ਯੂਨਿਟ ਕਾਹਦੇ ਹੁੰਦੇ ਆ, ਜਾਊਲ ਵਿੱਚ ਯੂਨਿਟ ਹੁੰਦੇ ਨੇ ਐਨਰਜੀ ਦੇ। ਜਿਵੇਂ ਆਪਾਂ ਕਹਿੰਦੇ ਇੱਕ ਜਾਊਲ ਕਿਹਦੇ ਬਰਾਬਰ ਹੁੰਦਾ, ਜੋ ਆਪਾਂ ਪੜ੍ਹਿਆ ਸੀਗਾ ਕਿ ਜੇ ਇੱਕ ਵਾਟ 1 ਸੈਕਿੰਡ ਵਾਸਤੇ ਕਿਤੇ ਪਾਵਰ ਫਲੋ ਹੁੰਦੀ ਹੈ ਤਾਂ ਉਹ 1 ਜਾਊਲ ਦੇ ਬਰਾਬਰ ਹੁੰਦੀ ਹੈਗੀ, ਹੈ ਨਾ। ਤਾਂ 1 ਜਾਊਲ ਇਜ਼ ਇਕਲ ਟੂ ਵਾਟ ਸੈਕਿੰਡ ਵੀ ਆਪਾਂ ਪੜ੍ਹਿਆ ਸੀਗਾ। ਇਸੇ ਤਰੀਕੇ ਨਾਲ ਇੱਕ ਹੋਰ ਹੁੰਦਾ ਹੈਗਾ, ਇਹ ਤਾਂ ਹੈਗਾ ਵੀ 1 ਵਾਟ ਜਿਹੜੀ ਪਾਵਰ ਹੈਗੀ ਉਹ ਯੂਜ਼ ਹੋ ਰਹੀ ਹੈਗੀ ਜੇ 1 ਸੈਕਿੰਡ ਵਾਸਤੇ, ਆਪਾਂ ਉਹਨੂੰ ਕਹਾਂਗੇ 1 ਜਾਊਲ ਐਨਰਜੀ। ਉਸੇ ਤਰੀਕੇ ਨਾਲ ਜੇ ਬੱਚੇ ਕਿਸੇ ਇੱਕ ਤਾਰ ਦੇ ਅੰਦਰ 1 ਵੋਲਟ ਤੁਹਾਡੀ ਵੋਲਟੇਜ ਹੈਗੀ ਅਤੇ ਚਾਰਜ 1 ਕੂਲਮ ਯੂਨਿਟ ਕਾਹਦੇ ਹੁੰਦੇ ਚਾਰਜ ਦੇ, ਅਤੇ ਜੇ 1 ਕੂਲਮ ਚਾਰਜ ਫਲੋ ਕਰਵਾਉਂਦੀ ਹੈਗੀ ਉੱਥੇ ਐਨਰਜੀ ਕਿੰਨੀ ਹੋਏਗੀ, 1 ਜਾਊਲ ਪੈਦਾ ਹੋਏਗੀ। ਆ ਪਹਿਲੀ ਡੈਫੀਨੇਸ਼ਨ ਹੈਗੀ। ਤਾਂ 1 ਜਾਊਲ ਇਜ਼ ਇਕਲ ਟੂ 1 ਵੋਲਟ ਇੰਟੂ 1 ਜਾਊਲ, ਇਹ ਪਹਿਲਾਂ ਬਿਲਕੁਲ ਸਹੀ ਆ, ਇਹਨੂੰ ਕੂਲਮ ਲਾ ਕਹਿੰਦੇ ਹੈਗੇ ਆਪਾਂ, ਠੀਕ ਹੈ। ਦੂਜਾ ਜਿਹੜਾ ਹੈਗਾ ਬੱਚੇ 1 ਵੋਲਟ ਇੰਟੂ ਅੰਪੇਅਰ। ਹੁਣ ਸਾਨੂੰ ਆਹ ਤਾਂ ਪਤਾ ਨਾ ਵੋਲਟ ਇੰਟੂ ਅੰਪੇਅਰ ਕੀ ਹੁੰਦਾ। ਵੋਲਟ ਇੰਟੂ ਅੰਪੇਅਰ ਅਜੇ ਵੋਲਟ ਨੂੰ ਜਦੋਂ ਆਪਾਂ ਕਰੰਟ ਦੇ ਨਾਲ ਗੁਣਾ ਕਰਦੇ ਹਾਂ ਪਾਵਰ ਬਣ ਜਾਂਦੀ ਹੈ। ਤਾਂ ਇੱਥੇ ਪਾਵਰ ਲਿਖਿਆ ਹੁੰਦਾ, ਇੱਥੇ ਪਾਵਰ ਲਿਖਿਆ ਹੁੰਦਾ ਵੱਧ ਵਧੀਆ ਗੱਲ ਸੀ, ਪਰ ਇਹਨੇ ਕੀ ਲਿਖਤਾ ਐਨਰਜੀ। ਆਹ 1 ਜਾਊਲ ਲਿਖਤਾ ਨਾ, ਇਹਨੇ ਲਿਖਿਆ ਐਨਰਜੀ ਡਿਵਾਈਡ ਬਾਏ ਟਾਈਮ, ਇਹਨੇ ਆਹ ਲਿਖਤਾ। ਹੇਠਾਂ ਸੈਕਿੰਡ ਲਿਖਤਾ ਨਾ, ਸੈਕਿੰਡ ਦਾ ਮਤਲਬ ਟਾਈਮ ਹੁੰਦਾ ਹੈਗਾ। ਹੁਣ ਜੇ ਆਪਾਂ ਦੇਖਿਆ ਜਾਵੇ ਕਿ ਪਾਵਰ ਆਪਾਂ ਕਹਿੰਦੇ ਹਾਂ ਕਿ ਜਿਹੜੀ ਐਨਰਜੀ ਹੁੰਦੀ ਹੈ, ਐਨਰਜੀ ਕੀ ਹੁੰਦੀ ਹੈ ਰਾਜੇ, ਉਹ P ਗੁਣਾ T ਹੁੰਦੀ ਹੈ ਨਾ। ਅਤੇ ਜੇ ਆਪਾਂ ਪਾਵਰ ਦਾ ਇੱਥੋਂ ਫਾਰਮੂਲਾ ਡਰਾਈਵ ਕਰੀਏ, T ਇਹਦੇ ਹੇਠਾਂ ਆ ਜਾਊਗੀ, E ਅਪੋਨ T ਆ ਜਾਊਗਾ ਬੱਚੇ, ਮਤਲਬ ਐਨਰਜੀ ਅਪੋਨ ਟਾਈਮ ਵੀ ਪਾਵਰ ਹੋ ਸਕਦੀ ਹੈ ਨਾ। ਇਹਦੇ ਨਾਲ ਜਿਹੜਾ ਸੈਕਿੰਡ ਕੀਤਾ, ਸੈਕਿੰਡ ਜਦੋਂ ਆ ਦੇਖੋ, ਜਦੋਂ E ਅਪੋਨ T ਆਪਾਂ ਕਰਾਂਗੇ, E ਅਪੋਨ T ਕਿਹਦੇ ਬਰਾਬਰ ਹੋ, P ਦੇ। ਤਾਂ ਆਹ ਕੀ ਦਿੱਤਾ ਹੋਇਆ, ਪਾਵਰ ਹੀ ਲਿਖੀ ਹੋਈ ਹੈਗੀ। ਇਹ ਸਮਝ ਰਹੇ ਹੋ ਮੇਰੀ ਗੱਲ ਨੂੰ। ਮੈਂ ਦੁਬਾਰਾ ਫੇਰ ਦੱਸਣ ਲੱਗਿਆਗਾ ਕਿ ਵੈਸੇ ਵੋਲਟ ਨੂੰ ਜਦੋਂ ਆਪਾਂ ਕਰੰਟ ਦੇ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਇਹ ਵਾਟ ਬਣਦੇ ਨੇਗੇ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗਾ। ਪਰ ਇਹਨੇ ਸਿੱਧਾ ਇੱਥੇ ਵਾਟ ਨਹੀਂ ਲਿਖਿਆ ਸੀਗਾ, ਇਹਨੇ ਲਿਖਿਆ ਸੀਗਾ ਜਾਊਲ ਬਟਾ ਸੈਕਿੰਡ। ਹੁਣ ਸਾਨੂੰ ਪਤਾ ਪਾਵਰ ਜਿਹੜੀ ਹੁੰਦੀ ਹੈਗੀ ਉਹ ਹੁੰਦੀ ਹੈਗੀ ਰਾਜੇ, ਆਪਾਂ ਕਹਿੰਦੇ ਸੀ ਐਨਰਜੀ ਕੀ ਹੁੰਦੀ ਹੈ, ਐਨਰਜੀ ਕੀ ਹੁੰਦੀ ਹੈਗੀ। ਐਨਰਜੀ ਦੇ ਯੂਨਿਟ ਆਪਾਂ ਕੀਤੇ ਸੀਗੇ ਕਿ E ਐਨਰਜੀ ਇਜ਼ ਇਕਲ ਟੂ ਜਾਂ ਜਾਊਲ ਇਜ਼ ਇਕਲ ਟੂ, ਐਨਰਜੀ ਯੂਨਿਟ ਜਾਊਲ ਹੁੰਦੇ, ਜਾਊਲ ਇਜ਼ ਇਕਲ ਟੂ ਪਾਵਰ ਗੁਣਾ ਟਾਈਮ। ਤਾਂ ਟਾਈਮ ਹਮੇਸ਼ਾ ਮਲਟੀਪਲਾਈ ਹੁੰਦਾ ਸੀਗਾ, ਅਤੇ ਜੇ ਐਨਰਜੀ ਦਿੱਤੀ ਹੋਵੇ, ਜੇ ਇਹਦੇ ਥੱਲੇ ਲੈ ਜਾਈਏ ਇਹਨੂੰ T ਨੂੰ, ਤਾਂ ਇਹ ਕੀ ਬਣ ਜੂ, ਪਾਵਰ ਬਣ ਜੂ ਨਾ। ਤਾਂ ਇਹੀ ਤਾਂ ਇਹਨੇ ਕੀਤਾ ਹੋਇਆ ਬੱਚੇ, ਇਹਨੇ ਇਹੀ ਤਾਂ ਕੀਤਾ ਹੋਇਆ ਹੈਗਾ। ਆਹ ਜਾਊਲ ਦੇ ਹੇਠਲੇ ਪਾਸੇ ਕੀ ਕੀਤਾ ਹੋਇਆ, ਜਾਊਲ ਦੇ ਹੇਠਲੇ ਪਾਸੇ ਰਾਜੇ T ਲਿਖਿਆ ਹੋਇਆ। ਤਾਂ ਜਦੋਂ ਜਾਊਲ ਦੇ ਹੇਠਲੇ ਪਾਸੇ T ਲਿਖਿਆ ਤਾਂ ਇਹ ਕੀ ਬਣ ਗਿਆ, ਇਹ ਪਾਵਰ ਬਣ ਗਈ। ਤਾਂ ਪਾਵਰ ਤਾਂ ਹੁੰਦੀ ਉਹ ਵੋਲਟ ਇੰਟੂ ਕਰੰਟ ਹੈਗੀ। ਤਾਂ ਇਹ ਦੂਜਾ ਵੀ ਕੁਐਸਚਨ ਸਹੀ ਹੋ ਗਿਆ। ਤੀਜਾ ਹੈਗਾ ਵੋਲਟ ਨੂੰ ਕਹਿੰਦਾ ਵਾਟ ਦੇ ਨਾਲ ਕਰੀਏ ਤਾਂ HP ਬਣ ਜਾਓ, ਗਲਤ ਆ, ਆਹ ਗਲਤ ਆ ਰਾਜੇ, C ਆਪਸ਼ਨ। HP ਕੀ ਹੁੰਦਾ, HP ਬਾਰੇ ਸੁਣ ਲਓ ਰਾਜੇ। HP ਹੁੰਦੀ ਹੈਗੀ ਹਾਰਸ ਪਾਵਰ, ਠੀਕ ਹੈ। ਇਹ ਯੂਨਿਟ ਨੇਗੇ ਹਾਰਸ ਪਾਵਰ, ਕਾਹਦੇ ਯੂਨਿਟ ਨੇਗੇ ਬੱਚੇ, ਜਿਹੜੇ ਹਾਰਸ ਪਾਵਰ ਯੂਨਿਟ ਨੇਗੇ ਇਹ ਯੂਨਿਟ ਹੈਗੇ ਸਾਡੇ ਪਾਵਰ ਦੇ, ਹਾਰਸ ਪਾਵਰ, ਹੈ ਨਾ। ਹਾਰਸ ਪਾਵਰ ਆਪਾਂ ਯਾਦ ਰੱਖਣਾ 1 HP ਇਜ਼ ਇਕਲ ਟੂ 735.5 ਵਾਟ। ਆਹ ਗੱਲ ਯਾਦ ਰੱਖਣੀ, ਪੇਪਰ 'ਚ ਇਹ ਵੀ ਪੁੱਛਿਆ ਜਾ ਸਕਦਾ। ਅਤੇ ਜੇ 1 BHP ਕਹਿ ਦੇਵੇ, 1 BHP ਇਜ਼ ਇਕਲ ਟੂ 746.5 ਵਾਟ। ਆਹ ਦੋ ਗੱਲਾਂ ਯਾਦ ਰੱਖਿਓ। 1 HP 735.5 ਵਾਟ ਦੇ ਬਰਾਬਰ ਹੁੰਦਾ। ਜੇ 1 HP ਦੀ ਮੋਟਰ ਹੈ ਉਹ 735.5 ਵਾਟ ਲਏਗੀ। ਕਲੀਅਰ ਹੋ ਗਈ ਰਾਜੇ ਗੱਲ ਇਹ, ਠੀਕ ਹੈ ਜੀ। ਤਾਂ ਇਹਦੇ ਵਿੱਚ ਜਿਹੜਾ ਸਾਡਾ ਸੈਕਿੰਡ ਦੇ ਵਿੱਚ ਆ ਗਿਆ, HP ਬਾਰੇ ਪਤਾ ਲੱਗ ਗਿਆ ਜੀ, ਠੀਕ ਹੈ ਬੱਚੇ। ਹੁਣ ਨੈਕਸਟ ਚੱਲਦੇ ਆਂਗੇ ਆਪਾਂ ਅਗਲੇ ਕੁਐਸਚਨ ਦੇ ਵਿੱਚ ਉਹਨੇ ਕੀ ਕਿਹਾ ਹੋਇਆ ਹੈਗਾ। ਅਗਲੇ ਕੁਐਸਚਨ ਦੇ ਵਿੱਚ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਟੌਪਿਕ ਸਮਝਾਉਣ ਲੱਗਿਆਗਾ ਬੱਚੇ। ਉਹ ਟੌਪਿਕ ਕੀ ਹੈਗਾ ਕਿ ਸਪੋਜ਼ ਕਰੋ ਸਾਡੇ ਕੋਲੇ ਜਿਹੜੀ ਰਜਿਸਟੈਂਸ ਹੁੰਦੀ ਹੈ ਕਿਸੇ ਵੀ ਵਾਈਂਡਿੰਗ ਦੀ, ਜਿਹੜੀ ਰਜਿਸਟੈਂਸ ਆ, ਇੱਕ ਆਪਣੇ ਕੋਲੇ ਕੋਈ ਨਾ ਕੋਈ ਤਾਰ ਹੈਗੀ, ਕੰਡਕਟਰ ਹੈਗਾ, ਠੀਕ ਹੈ। ਇਸ ਕੰਡਕਟਰ ਦੀ ਰਜਿਸਟੈਂਸ ਕਿੰਨੀ ਹੋਵੇਗੀ, ਉਹ ਬਰਾਬਰ ਹੁੰਦੀ ਹੈ ρL/A। ਕਹਿਣ ਦਾ ਭਾਵ ਕੀ ਹੈਗਾ, ਜੇ ਲੈਂਥ ਨੂੰ ਆਪਾਂ ਵਧਾਵਾਂਗੇ ਤਾਂ ਰਜਿਸਟੈਂਸ ਸਾਡੀ ਵਧੇਗੀ,
ਜੇ ਲੈਂਥ ਏਰੀਏ ਨੂੰ ਵਧਾਵਾਂਗੇ ਤਾਂ ਰੈਜ਼ਿਸਟੈਂਸ ਘਟੇਗੀ। ਜੇ ਮੰਨ ਲਓ ਹੁਣ ਕਿਸੇ ਨੇ ਕਿਹਾ ਗਾ ਕਿ ਕਿਸੇ ਤਾਰ ਦੀ ਇੱਕ ਆ ਤਾਰ ਆ ਗਈ, ਐਗਜ਼ਾਮਪਲ ਸੁਣੋ, ਇਹ ਹੈਗੀ ਬੱਚੇ 5 ਓਹਮ ਦੀ, ਇਹਦੀ ਲੈਂਥ ਆ ਜਿਹੜੀ ਉਹਨੂੰ 2 ਗੁਣਾ ਕਰਤਾ ਬੱਚੇ ਉਹਨੂੰ, ਤਾਂ ਇਹਦੀ ਨਵੀਂ ਰੈਜ਼ਿਸਟੈਂਸ ਕਿੰਨੀ ਹੋਏਗੀ? ਲੈਂਥ ਦੇ ਵਧਣ ਨਾਲ ਰੈਜ਼ਿਸਟੈਂਸ ਵੱਧਦੀ ਆ, ਤਾਂ ਜੇ ਇਹਨੂੰ 2 ਗੁਣਾ ਕਰਤਾ ਰਾਜੇ, ਲੈਂਥ ਇਕੱਲੀ ਵਧਾਈ ਆ ਨਾ, ਤਾਂ ਇਹਦੀ ਰੈਜ਼ਿਸਟੈਂਸ ਹੋ ਜਾਏਗੀ 10 ਓਮ। ਠੀਕ ਹੈ। ਅੱਛਾ ਇਹ ਤਾਂ ਇਕੱਲੀ ਲੈਂਥ। ਅੱਛਾ ਜੇ ਇਹਨੇ ਕਿਹਾ ਹੋਵੇ, ਜੇ ਇਸੇ ਕੁਐਸਚਨ ਦੇ ਵਿੱਚ ਕਿਹਾ ਹੁੰਦਾ ਜੇ ਵੀ ਇਹਦਾ ਏਰੀਆ ਗਾ ਜਿਹੜਾ, ਏਰੀਆ 2 ਗੁਣਾ ਕਰਤਾ, ਜੇ ਏਰੀਆ 2 ਗੁਣਾ ਕਿਹਾ ਹੁੰਦਾ ਤਾਂ ਏਰੀਏ ਦੇ ਵਧਣ ਨਾਲ, ਕਿਉਂਕਿ ਇਹ ਬਟੇ ਦੇ ਹੇਠਾਂ ਗਾ, ਤਾਂ ਆਹ ਚੀਜ਼ ਸਾਡੀ ਕੀ ਹੋਏਗੀ ਬੱਚੇ? ਘਟੇਗੀ। ਤਾਂ 5 ਵਾਲਾ ਜਿਹੜਾ ਏਰੀਆ ਦੇ ਕਰਨ ਨਾਲ 5 ਓਹਮ ਜਿਹੜਾ ਹੋਏਗਾ, ਇਹ ਕਿੰਨਾ ਰਹਿ ਜਾਏਗਾ? 2.5 ਓਹਮ ਰਹਿ ਜਾਏਗਾ ਬੱਚੇ। ਠੀਕ ਹੈ। ਹੁਣ ਤੀਜੀ ਗੱਲ ਹੁੰਦੀ ਹੈਗੀ ਸਟ੍ਰੈਚ। ਦੇਖੋ ਜੇ ਕਿਸੇ ਨੇ ਕਿਹਾ ਹੈਗਾ ਵੀ ਸਟ੍ਰੈਚ ਕਰਤੀ, ਸਟ੍ਰੈਚ ਦਾ ਮਤਲਬ ਮੰਨ ਲਓ ਇੱਕ ਆ ਬਬਲ ਗਮ ਆ ਗਈ, ਇੰਨੀ ਕੁ ਪਈ ਹੈਗੀ, ਜਦੋਂ ਤੁਸੀਂ ਬਬਲ ਗਮ ਨੂੰ ਖਿੱਚਦੇ ਹੋਗੇ ਦੁੱਗਣਾ, ਇੱਕ ਤਾਂ ਉਹਦਾ ਕੱਲੀ ਲੈਂਥ ਵਧਾ ਦੇਣਾ, ਨਹੀਂ, ਇੱਕ ਉਹਨੇ ਕਿਹਾ ਹੈਗਾ ਤਾਰ ਨੂੰ ਸਟ੍ਰੈਚ ਕਰਤਾ, 2 ਗੁਣਾ ਸਟ੍ਰੈਚ ਕਰਤਾ। ਹੁਣ ਇੱਕ ਗੱਲ ਯਾਦ ਰੱਖਿਓ, ਜਿਹੜੀ ਬਬਲ ਗਮ ਹੁੰਦੀ ਹੈਗੀ, ਜਦੋਂ ਆਪਾਂ ਇਹਨੂੰ ਖਿੱਚਦੇ ਆਂਗੇ ਬੱਚੇ, ਤਾਂ ਇਹਦੀ ਲੈਂਥ ਵੀ ਤਾਂ ਘੱਟ, ਇਹਦੀ ਜਿਹੜੀ ਏਰੀਆ ਹੁੰਦਾ ਉਹ ਵੀ ਤਾਂ ਪਤਲੀ ਵੀ ਤਾਂ ਹੁੰਦੀ ਹੈ ਨਾ। ਪਹਿਲਾਂ ਮੰਨ ਲਓ ਇੱਦਾਂ ਪਈ ਹੈ, ਜਦੋਂ ਆਪਾਂ ਇਹਨੂੰ ਖਿੱਚੀ ਜਾਵਾਂਗੇ ਲਫੀ ਜਾਊਗੀ, ਅਤੇ ਜਿਹੜਾ ਏਰੀਆ ਉਹ ਵੀ ਤਾਂ ਘਟੀ ਜਾਊਗਾ ਨਾ। ਇਹਦਾ ਮਤਲਬ ਜਦੋਂ ਟਰਮ ਆ ਗਈ ਕਿਤੇ ਸਟ੍ਰੈਚ ਆ ਗਈ, ਜਾਂ ਕਹਿਤਾ ਇੰਕਰੀਜ਼ ਦਾ ਲੈਂਥ, ਧਿਆਨ ਨਾਲ ਸੁਣਿਓ, ਇੰਕਰੀਜ਼ ਲੈਂਥ ਕੀਪ ਵੋਲਿਊਮ ਸੇਮ, ਵੀ ਵੋਲਿਊਮ ਸੇਮ ਰੱਖਿਆ ਹੈਗਾ। ਵੋਲਿਊਮ ਮਤਲਬ ਉਹ ਜਿਹੜਾ ਮਟੀਰੀਅਲ ਸੀਗਾ, ਜਿਹੜਾ ਮੰਨ ਲਓ ਇੱਦਾਂ ਸੀਗਾ, ਜਿਹੜਾ ਲੋਹਾ ਜਿਹੜਾ ਪਿਘਲਾਇਆ ਹੋਇਆ ਸੀਗਾ, ਉਹ ਓਨਾ ਕੀ ਹੈਗਾ, ਪਰ ਲੈਂਥ ਜਿਹੜੀ ਹੈਗੀ ਉਹਦੀ ਉਹ ਵਧਾਤੀ, ਇਹਦਾ ਮਤਲਬ ਏਰੀਆ ਉਹਦਾ ਘਟੂਗਾ। ਤਾਂ ਅੰਡਰਸਟੂਡ ਆ, ਜਿੰਨੇ ਗੁਣਾ ਲੈਂਥ ਵਧਾਉਣੀ ਆ ਉਨੇ ਗੁਣਾ ਆਪਾਂ ਏਰੀਆ ਨੂੰ ਘਟਾ ਦੇਣਾ। ਮੰਨ ਲਓ ਕਿਤੇ ਕਿਹਾ ਹੋਵੇ ਵੀ ਸਾਡੇ ਕੋਲ ਇੱਕ ਵਾਇਰ ਹੈਗੀ ਆ, ਲਿਓ ਰਾਜੇ, ਉਹਦੀ ਰੈਜ਼ਿਸਟੈਂਸ ਹੈਗੀ ਆ 10 ਓਮ। ਠੀਕ ਹੈ, ਉਹਦੀ ਰੈਜ਼ਿਸਟੈਂਸ ਹੈਗੀ ਆ 10 ਓਮ, ਤਾਂ ਉਹਨੂੰ ਕੀ ਕੀਤਾ? ਸਟ੍ਰੈਚ ਕਰਤਾ 3 ਗੁਣਾ, 2 ਗੁਣਾ ਸਟ੍ਰੈਚ ਕਰਤਾ। ਜਦੋਂ 2 ਗੁਣਾ ਨੂੰ ਸਟ੍ਰੈਚ ਕੀਤਾ ਰਾਜੇ, 2 ਗੁਣਾ ਸਟ੍ਰੈਚ ਕਰਨ ਦੇ ਨਾਲ ਲੈਂਥ ਉਹਦੀ ਕੀ ਹੋ ਗਈ? 2 ਗੁਣਾ ਵੱਧ ਗਈ। ਤਾਂ ਲੈਂਥ ਦੇ ਵਧਣ ਨਾਲ ਉਹ ਕਿੰਨੀ ਹੋ ਗਈ? 20 ਓਮ ਦੀ। ਜਦੋਂ ਲੈਂਥ ਵਧੀ ਉਹ 20 ਓਮ ਦੀ ਹੋ ਗਈ ਬੱਚੇ। ਠੀਕ ਹੈ। ਤੇ ਏਰੀਆ ਉਹਦਾ ਕੀ ਹੋ ਗਿਆ? ਜਦੋਂ ਲੈਂਥ ਵਧੀ ਬੱਚੇ, ਏਰੀਆ ਉਹਦਾ ਕੀ ਹੋ ਗਿਆ? ਘਟ ਗਿਆ। ਜਦੋਂ ਲੈਂਥ ਵਧੀ ਏਰੀਆ ਘਟ ਗਿਆ ਨਾ, ਤਾਂ ਏਰੀਆ ਦੇ ਘਟਣ ਦੇ ਨਾਲ ਕੀ ਹੋਊਗਾ? ਵਧਣ ਦੇ ਨਾਲ ਤਾਂ ਜਿਹੜੀ ਰੈਜ਼ਿਸਟੈਂਸ ਸੀਗੀ ਉਹ ਘਟਦੀ ਸੀਗੀ, ਪਰ ਜੇ ਏਰੀਆ ਜਿਹੜਾ ਸਾਡਾ ਗਾ, ਹੁਣ ਏਰੀਆ ਜੇ ਘੱਟ ਹੋ ਗਿਆ ਤਾਂ ਤਾਰ ਦੇ ਵਿੱਚੋਂ ਕਰੰਟ ਲੱਗਣਾ ਔਖਾ ਹੋਊ ਨਾ, ਤਾਂ 2 ਗੁਣਾ ਇਹਦੇ ਕਰਕੇ ਵੱਧ ਜੂਗਾ, ਤੇ ਇਹਦੀ 40 ਆਂਸਰ ਆਊਗਾ। 4 ਗੁਣਾ ਕਰਨਾ ਪਊਗਾ ਸਾਨੂੰ ਉਸ ਟਾਈਮ ਦੇ ਵਿੱਚ। ਠੀਕ ਹੈ। ਜੇ ਕਿਤੇ ਸਟ੍ਰੈਚ ਲਿਖਿਆ ਤਾਂ ਲੈਂਥ ਦੇ 2 ਗੁਣਾ ਵਧਾਉਣ ਦੇ ਨਾਲ 2 ਦੀ ਥਾਂ ਤੇ 4 ਗੁਣਾ ਆਂਸਰ ਕਰਨਾ ਪਊਗਾ। ਅਗਲੇ ਕੁਐਸਚਨ ਦੇ ਵਿੱਚ ਦੇਖੋ, ਤੁਹਾਨੂੰ ਦੱਸਿਆ ਸੀਗਾ ਕਿ ਜੇ ਵਰਡ ਆ ਜਾਵੇ ਸਟ੍ਰੈਚਿੰਗ, ਇੱਕ ਗੱਲ ਯਾਦ ਰੱਖਿਓ, ਜਦੋਂ ਵੀ ਕਦੇ ਬੱਚੇ ਤੁਹਾਨੂੰ ਕਿਹਾ ਲੈਂਥ ਜਿਹੜੀ ਹੈਗੀ ਉਹ ਸਟ੍ਰੈਚ ਕੀਤੀ ਗਈ ਹੈਗੀ, ਹੈ ਨਾ, ਇਹਦਾ ਮਤਲਬ ਇਹਦੀ ਲੈਂਥ ਵਧੀ ਹੋਊਗੀ ਅਤੇ ਏਰੀਆ ਘਟਿਆ ਹੋਊਗਾ, ਮਤਲਬ ਪ੍ਰਭਾਵ ਕਿੰਨਾ ਹੋਊਗਾ? 2 ਗੁਣਾ ਹੋਊਗਾ। ਵਧਣ ਵਾਲੇ ਕਰਕੇ ਵੀ ਰੈਜ਼ਿਸਟੈਂਸ ਵਧੂਗਾ, ਏਰੀਆ ਘਟਣ ਕਰਕੇ ਵੀ ਰੈਜ਼ਿਸਟੈਂਸ ਵਧੂਗਾ। ਇੱਥੇ ਸਿੱਧਾ ਤੁਹਾਨੂੰ ਰੱਟਾ ਮਾਰਨ ਵਾਸਤੇ ਦੱਸ ਰਿਹਾ, ਜੇ ਕਿਤੇ ਪਰਸੈਂਟੇਜ ਦਿੱਤੀ ਹੋਈ ਹੋਵੇ ਤਾਂ ਪਰਸੈਂਟੇਜ ਦੇ ਵਿੱਚ ਤੁਸੀਂ ਕੀ ਕਰਨਾ ਗਾ? ਜੇ 10% ਕਿਹਾ ਹੋਇਆ ਗਾ, ਤਾਂ ਜਿਹੜਾ ਟੋਟਲ ਜਿਹੜੀ ਰੈਜ਼ਿਸਟੈਂਸ ਵਧੂ ਉਹਨੂੰ 2 ਨਾਲ ਗੁਣਾ ਕਰ ਲਓ, ਉਹ 20% ਵਧੂਗੀ। ਜੇ ਲੈਂਥ ਕਿਤੇ ਕਿਹਾ ਹੋਇਆ 30%, ਜੇ ਲੈਂਥ ਨੂੰ 30% ਵਧਾ ਦਈਏ ਤਾਂ ਇਹਨੂੰ 2 ਨਾਲ ਗੁਣਾ ਕਰ ਲਿਓ ਰਾਜੇ, ਜੇ ਟੋਟਲ ਜਿਹੜੀ ਰੈਜ਼ਿਸਟੈਂਸ ਵਧੂਗੀ ਉਹ 60% ਵਧੂਗੀ। ਇਹ ਗੱਲ ਯਾਦ ਰੱਖ ਲਓਗੇ ਵੀ ਹਮੇਸ਼ਾ 2 ਨਾਲ ਗੁਣਾ ਕਰਨਾ ਜਦੋਂ ਕਿਤੇ ਵਰਡ ਆ ਗਿਆ ਸਟ੍ਰੈਚ। ਠੀਕ ਹੈ, ਜਦੋਂ ਕਿਤੇ ਵਰਡ ਆਇਆ ਸਟ੍ਰੈਚ, ਤਾਂ ਇਹਦਾ ਆਂਸਰ ਆਊਗਾ ਜੀ ਆਹ 0.2, ਕਿਉਂਕਿ 0.1 ਨੂੰ ਜਦੋਂ ਆਪਾਂ ਗੁਣਾ ਕਰਾਂਗੇ 2 ਨਾਲ ਤਾਂ 0.2 ਆ ਜੂਗਾ। ਇਹ ਆਂਸਰ ਸਹੀ ਹੈਗਾ। ਅਤੇ ਜੇ ਕਿਤੇ ਆ ਜਾਂਦਾ ਇੱਥੇ 10% ਆ ਜਾਂਦਾ, ਇੱਥੇ ਵੀ 10% ਵਧਾਈ ਹੁੰਦੀ, ਆਪਾਂ ਸਟ੍ਰੈਚ ਕੀਤੀ ਹੁੰਦੀ, ਤਾਂ ਉਹਦਾ ਹੋਣਾ ਸੀਗਾ 20%। ਹਾਂ, ਜੇ ਸਟ੍ਰੈਚ ਨਾ ਲਿਖਿਆ ਹੁੰਦਾ, ਜੇ ਕਿਹਾ ਹੁੰਦਾ 0.1% ਇੰਕਰੀਜ਼ ਇਨ ਲੈਂਥ, ਠੀਕ ਹੈ, ਵਟ ਇਜ਼ ਦਾ ਪਰਸੈਂਟੇਜ ਇੰਕਰੀਜ਼ ਇਨ ਰੈਜ਼ਿਸਟੈਂਸ, ਫਿਰ ਇੱਥੇ ਕੀ ਕਰਨਾ ਸੀਗਾ? ਸਿਰਫ ਲੈਂਥ ਵਧੀ ਹੈਗੀ, ਸਟ੍ਰੈਚਿੰਗ ਵਾਲੇ ਤਾਂ ਕੋਈ ਗੱਲ ਲਿਖੀ ਨਹੀਂ ਹੈਗੀ, ਤਾਂ ਫਿਰ ਸਿਰਫ ਇੱਥੇ ਇਹੀ ਆਉਣਾ ਸੀਗਾ 0.1 ਹੀ ਆਉਣਾ ਸੀਗਾ ਵੀ ਜੇ ਲੈਂਥ 0.1% ਵਧੀ ਹੈਗੀ ਤਾਂ ਜਿਹੜਾ ਰੈਜ਼ਿਸਟੈਂਸ ਆ ਉਹ ਵੀ 0.1%, ਫਿਰ ਆਹ ਆਂਸਰ ਆਉਣਾ ਸੀਗਾ। ਜਿੰਨੀ ਲੈਂਥ ਵਧੀ ਆ ਉਨੀ ਰੈਜ਼ਿਸਟੈਂਸ ਵਧਣੀ ਸੀਗੀ। ਕਲੀਅਰ ਹੋ ਗਈ ਜੀ ਗੱਲ। ਇਹ ਅਗਲੀ ਗੱਲ ਆ ਗਈ ਰਜਿਸਟੀਵਿਟੀ ਦੀ। ਹੁਣ ਰਜਿਸਟੀਵਿਟੀ ਵਾਸਤੇ ਜਿਹੜਾ ਆਪਾਂ ਫਾਰਮੂਲਾ ਤੁਹਾਨੂੰ ਮੈਂ ਲਿਖ ਕੇ ਦਿੱਤਾ ਸੀਗਾ, ਜਿਹੜਾ ਰਜਿਸਟੈਂਸ ਦਾ ਫਾਰਮੂਲਾ ਹੁੰਦਾ ਗਾ ਉਹ ਹੁੰਦਾ ਗਾ ρ L/A। ਆਹ ਲੈਂਥ ਦੇ ਵਧਣ ਨਾਲ ਵੀ ਰਜਿਸਟੈਂਸ ਵੱਧਦੀ ਆ, ਏਰੀਏ ਦੇ ਵਧਣ ਨਾਲ ਰਜਿਸਟੈਂਸ ਘਟਦੀ ਆ, ਹੈ ਨਾ। ਇਹ ਤਾਂ ਹੈਗੀ ਆ ਡਾਇਮੈਂਸ਼ਨਸ, ਵੀ ਡਾਇਮੈਂਸ਼ਨ ਜਿਹੜੀਆਂ ਡਾਇਮੈਂਸ਼ਨ ਤਾਂ ਸਮਝੋ ਨਾ ਕੀ ਹੁੰਦੀਆਂ ਨੇ, ਵੀ ਮਾਪਕ ਵਧਣ ਘਟਣ ਦੇ ਨਾਲ ਰਜਿਸਟੈਂਸ ਦਾ ਵਧਣਾ ਘਟਣਾ। ਇੱਕ ਹੁੰਦਾ ਵੀ ਮਟੀਰੀਅਲ ਕਿਸ ਚੀਜ਼ ਦਾ ਬਣਿਆ, ਜ਼ਰੂਰੀ ਨਹੀਂ ਹੈਗਾ ਵੀ ਜੇ ਕੋਈ ਚੀਜ਼ ਲੰਬੀ ਹੈਗੀ, ਮੰਨ ਲਓ ਆਹ ਵੁੱਡ ਆ ਗਈ, ਹੈ ਨਾ, ਅਤੇ ਇੰਨੀ ਲੰਬੀ ਹੀ ਸਾਡੀ ਮੰਨ ਲਓ ਹੈਗੀ, ਚਲੋ ਇਸ ਤੋਂ ਵੱਧ ਲੰਬੀ ਆ, ਇਹ ਹੈਗੀ ਸਾਡਾ ਆਇਰਨ,
ਹੁਣ ਲੈਂਥ ਤਾਂ ਇਹਦੀ ਵੱਡੀ ਹੈਗੀ ਆਇਰਨ ਦੀ, ਪਰ ਜੇ ਰੈਜ਼ਿਸਟੈਂਸ ਦੇਖੀਏ ਰੈਜ਼ਿਸਟੈਂਸ ਇਹਦੀ ਘੱਟ ਹੈ, ਤਾਂ ਜ਼ਰੂਰੀ ਨਹੀਂ ਹੁੰਦੀ ਵੀ ਇਕੱਲੀ ਲੈਂਥ ਦੇ ਵਧਣ ਨਾਲ ਹੀ ਰੈਜ਼ਿਸਟੈਂਸ ਵੱਧਦੀ ਹੈਗੀ। ਮਟੀਰੀਅਲ 'ਤੇ ਵੀ ਡਿਪੈਂਡ ਕਰਦਾ ਹੈਗਾ ਰੈਜ਼ਿਸਟੈਂਸ ਦਾ ਵਧਣਾ ਘਟਣਾ। ਤਾਂ ਮਟੀਰੀਅਲ ਦੇ ਵਿੱਚ ਇਹਨੂੰ ਆਪਾਂ ਜਿਹੜਾ ਮਟੀਰੀਅਲ ਕੌਣ ਦੱਸਦਾ ਗਾ, ਮਟੀਰੀਅਲ ਦੱਸਦੀ ਆ ਰੈਜ਼ਿਸਟਿਵਿਟੀ, ਸਪੈਸੀਫਿਕ ਰੈਜ਼ਿਸਟਿਵਿਟੀ। ਹੁਣ ਕਈ ਵਾਰੀ ਰੈਜ਼ਿਸਟਿਵਿਟੀ ਦੀ ਨਾ ਯੂਨਿਟ ਪੁੱਛ ਲੈਂਦਾ, ਦੇਖਿਓ ਆਪਾਂ ਜੇ ਇਹਨੇ ਯੂਨਿਟ ਲਿਖੀਏ ਰੈਜ਼ਿਸਟੈਂਸ ਦੀ ਯੂਨਿਟ ਓਮ ਆ ਗਏ, ਆਹ ਆ ਗਿਆ ਸਾਡਾ ਹਾਂਜੀ ਰੋ ਦਾ ਰੋ ਆ ਗਿਆ ਇਹਦਾ ਰੈਜ਼ਿਸਟਿਵਿਟੀ। ਲੈਂਥ ਦੇ ਯੂਨਿਟ ਹੁੰਦੇ ਆ ਜੇ ਮੀਟਰ, ਏਰੀਆ ਯੂਨਿਟ ਹੁੰਦੀ ਆ ਮੀਟਰ ਸਕੇਅਰ। ਹੁਣ ਰੈਜ਼ਿਸਟਿਵਿਟੀ ਯੂਨਿਟ ਪੁੱਛੇ, ਹੁਣ ਆਪਾਂ ਆਹ ਮੀਟਰ ਸਕੇਅਰ ਇੱਧਰ ਜਾ ਕੇ ਕੀ ਹੋਊਗਾ, ਉੱਪਰ ਜਾ ਕੇ ਗੁਣਾ ਹੋਊਗਾ ਮੀਟਰ ਸਕੇਅਰ, ਆਹ ਮੀਟਰ ਹੇਠਾਂ ਜਾ ਕੇ ਵੰਡ ਹੋ ਜਾਊਗਾ, ਮੀਟਰ ਨਾਲ ਸਕੇਅਰ ਕੱਟਿਆ ਜਾਊਗਾ। ਤਾਂ ਰੈਜ਼ਿਸਟਿਵਿਟੀ ਦੇ ਜੇ ਕਦੇ ਵੀ ਯੂਨਿਟ ਪੁੱਛ ਲਵੇ ਤਾਂ ਹੁੰਦੇ ਆ ਉਹ ਮੀਟਰ, ਇਹ ਵੀ ਗੱਲ ਯਾਦ ਰੱਖਿਓ, ਠੀਕ ਹੈ ਬੱਚੇ। ਤਾਂ ਹੁਣ ਜੇ ਇੱਥੇ ਸਾਡੇ ਕੋਲੇ ਕੀ ਪੁੱਛਿਆ ਸੀਗਾ ਇਹਨੇ, ਰੈਜ਼ਿਸਟਿਵਿਟੀ ਆਫ ਵਾਇਰ ਇੰਕਰੀਜ਼ ਇਨ ਲੈਂਥ ਨਾਲ ਰੈਜ਼ਿਸਟੈਂਸ ਬਦਲਦੀ ਹੈ, ਰੈਜ਼ਿਸਟਿਵਿਟੀ ਨਹੀਂ ਬਦਲਦੀ ਹੈਗੀ, ਤਾਂ ਪਹਿਲਾ ਤਾਂ ਆਨਸਰ ਗਲਤ ਆ। ਡਿਕਰੀਜ਼ ਇਨ ਏਰੀਆ ਆਫ ਕ੍ਰਾਸ ਸੈਕਸ਼ਨ, ਡਿਕਰੀਜ਼ ਇਨ ਏਰੀਆ ਆਫ ਕ੍ਰਾਸ ਸੈਕਸ਼ਨ, ਏਰੀਆ ਆਫ ਕ੍ਰਾਸ ਸੈਕਸ਼ਨ ਦੇ ਡਿਕਰੀਜ਼ ਹੋਣ ਨਾਲ ਰੈਜ਼ਿਸਟੈਂਸ ਵੱਧਦੀ ਘਟਦੀ ਹੈ, ਰੈਜ਼ਿਸਟਿਵਿਟੀ 'ਤੇ ਕੋਈ ਫਰਕ ਨਹੀਂ ਪੈਂਦਾ। ਦੋਨੇ ਚੀਜ਼ਾਂ ਲਿਖਤੀਆਂ, ਡਿਕਰੀਜ਼ ਇਨ ਲੈਂਥ ਤੇ ਇੰਕਰੀਜ਼ ਇਨ ਏਰੀਆ, ਦੋਨੇ ਚੀਜ਼ਾਂ ਲਿਖਤੀਆਂ ਨਹੀਂ, ਇਹਦਾ ਨਨ ਆਫ ਦੀਜ਼ ਆਊਗਾ। ਇਹਦਾ ਪ੍ਰੋਪਰ ਇਹਦਾ ਆਨਸਰ ਬਣਦਾ ਹੈਗਾ ਰੈਜ਼ਿਸਟਿਵਿਟੀ ਆਫ ਵਾਇਰ ਇਜ਼ ਡਿਪੈਂਡ ਅਪੌਨ ਨੇਚਰ ਆਫ ਮਟੀਰੀਅਲ ਜਾਂ ਕੰਪੋਜੀਸ਼ਨ ਆਫ ਮਟੀਰੀਅਲ, ਵੀ ਮਟੀਰੀਅਲ ਕਾਹਦਾ ਬਣਿਆ ਹੋਇਆ, ਕੰਪੋਜੀਸ਼ਨ ਆਫ ਮਟੀਰੀਅਲ। ਜੇ ਇੱਥੇ ਕੱਲਾ ਦਿੱਤਾ ਹੁੰਦਾ ਬੱਚੇ ਰੈਜ਼ਿਸਟੈਂਸ, ਜੇ ਇੱਥੇ ਕੱਲਾ ਰੈਜ਼ਿਸਟੈਂਸ ਦਿੱਤਾ ਹੁੰਦਾ ਸਾਨੂੰ, ਠੀਕ ਹੈ, ਫਿਰ ਇਹਦਾ ਆਨਸਰ ਆਪਾਂ ਕੀ ਲਾਉਂਦੇ ਜੇ ਆਪਾਂ ਕੱਲਾ ਰੈਜ਼ਿਸਟੈਂਸ ਦਿੱਤਾ ਹੁੰਦਾ। ਇਹ ਰੈਜ਼ਿਸਟਿਵਿਟੀ ਲਿਖਿਆ ਨਾ, ਜੇ ਰੈਜ਼ਿਸਟੈਂਸ ਕਿਹਾ ਹੁੰਦਾ ਤਾਂ ਰੈਜ਼ਿਸਟੈਂਸ ਜਿਹੜੀ ਵੱਧਦੀ ਘਟਦੀ ਆ ਰਾਜੇ ਉਹ ਲੈਂਥ 'ਤੇ ਵੀ ਡਿਪੈਂਡ ਕਰਦੀ ਹੈਗੀ, ਲੈਂਥ 'ਤੇ ਵੀ ਡਿਪੈਂਡ ਕਰਦੀ ਹੈਗੀ ਬੱਚੇ, ਉਹ ਕ੍ਰਾਸ ਸੈਕਸ਼ਨ ਏਰੀਆ 'ਤੇ ਵੀ ਕਰਦੀ ਆ। ਪਰ ਰੈਜ਼ਿਸਟਿਵਿਟੀ ਜਿੱਥੇ ਰੈਜ਼ਿਸਟਿਵਿਟੀ ਆ ਗਿਆ ਉੱਥੇ ਆਊਗਾ ਕੰਪੋਜੀਸ਼ਨ, ਵੀ ਮਟੀਰੀਅਲ ਬਣਿਆ ਕਾਹਦਾ ਹੋਇਆ, ਜਾਂ ਫਿਰ ਮਟੀਰੀਅਲ ਦੀ ਟਾਈਪ ਕਿਹੜੀ ਹੈਗੀ, ਠੀਕ ਹੈ ਜੀ, ਕੈਮੀਕਲ ਕੰਪੋਜੀਸ਼ਨ। ਅਗਲਾ ਕੁਐਸਚਨ ਫਿਰ ਦੇਖੋ ਉਹੀ ਆ ਗਿਆ ਜੀ। ਅਗਲੇ ਕੁਐਸਚਨ ਦੇ ਵਿੱਚ ਉਹਨੇ ਕਿਹਾ ਗਾ ਰੈਜ਼ਿਸਟੈਂਸ ਆਫ ਵਾਇਰ ਇਜ਼ 10 ਓਮ, ਇਟਸ ਲੈਂਥ ਇਜ਼ ਇੰਕਰੀਜ਼ਡ ਬਾਏ 10% ਬਾਏ ਸਟ੍ਰੈਚਿੰਗ। ਤੁਹਾਨੂੰ ਦੱਸਿਆ ਜਦੋਂ ਸਟ੍ਰੈਚਿੰਗ ਵਰਡ ਆ ਜਾਵੇ ਤਾਂ ਪਰਸੈਂਟੇਜ ਨੂੰ 2 ਗੁਣਾ ਕਰ ਦੇਣਾ, ਤਾਂ 10% ਨੂੰ ਆਪਾਂ ਕਿੰਨੇ ਨਾਲ ਕਰਾਂਗੇ 2 ਨਾਲ, ਤਾਂ ਕਿੰਨਾ ਪਰਸੈਂਟ ਆ ਜਾਊਗਾ 20% ਆ ਜਾਊਗਾ। ਤਾਂ 10 ਦਾ 20% ਕਿੰਨਾ ਹੁੰਦਾ ਰਾਜੇ, 10 ਦਾ 20% ਹੁੰਦਾ ਗਾ, ਇਹਨਾਂ ਨਾਲ ਕੱਟ ਗਿਆ 2 ਹੁੰਦਾ, ਇਹਦਾ ਮਤਲਬ 10 ਦੇ ਵਿੱਚ ਕਿੰਨੇ ਜੁੜਨਗੇ 2 ਜੁੜਨਗੇ, ਤਾਂ ਆਨਸਰ ਸਾਡਾ ਕਿੰਨਾ ਆਊਗਾ ਬੱਚੇ 12 ਓਮ ਆ ਜਾਊਗਾ, ਠੀਕ ਹੈ, ਸਿੱਧਾ ਜਿਹਾ ਹੈਗਾ ਨਾ। ਅੱਛਾ ਜੇ ਵੈਸੇ ਆਪਾਂ ਪ੍ਰੋਪਰ ਕੱਢਣਾ ਹੋਵੇ, ਜੇ ਆਪਾਂ ਪ੍ਰੋਪਰ ਕੱਢਣਾ ਹੋਵੇ ਇਹਨੂੰ ਹੋਰ ਤਰੀਕਾ ਵੀ ਦੱਸ ਦਿੰਦਾ, ਸਹੀ ਤਰੀਕਾ ਕੀ ਹੈ ਕਰਨ ਦਾ। ਦੇਖੋ ਰਾਜੇ ਉਹਨੇ ਕੀ ਕਿਹਾ ਗਾ, ਉਹ ਤੁਸੀਂ ਆਪਣੇ ਕੋਲੋਂ ਮੰਨਣਾ ਗਾ, ਉਹਨੇ ਕੀ ਕਿਹਾ ਗਾ ਵੀ ਰੈਜ਼ਿਸਟੈਂਸ ਆਫ ਵਾਇਰ ਇਜ਼ 10, ਵੀ ਮੰਨ ਲਓ ਰੈਜ਼ਿਸਟੈਂਸ ਆ ਰਹੀ ਹੈਗੀ 10, ਇਹ 10 ਬਣੀ ਕਿਵੇਂ ਹੋਊਗੀ ਰਾਜੇ, ਐਲ ਪਾਉਣੇ ਕਰਕੇ ਵੀ ਐਲ, ਜੇ ਮੰਨ ਲਓ 100 ਆਗਾ ਤਾਂ ਇਹ ਮੰਨ ਲਓ ਕਿੰਨਾ ਗਾ 10 ਆ। ਆਪਾਂ ਇਹੀ ਕਹਿੰਦੇ ਆ ਨਾ ਰੈਜ਼ਿਸਟੈਂਸ ਜਿਹੜੀ ਹੁੰਦੀ ਆ ਰੋ ਐਲ ਪਾਉਣ ਏ ਹੁੰਦੀ ਆ, ਤਾਂ ਰੈਜ਼ਿਸਟਿਵਿਟੀ ਇਹਨੂੰ ਤਾਂ ਛੱਡ ਦਿਓ, ਐਲ ਪਾਉਣ ਏ 'ਤੇ ਡਿਪੈਂਡ ਕਰਦੀ ਆ ਨਾ ਰੈਜ਼ਿਸਟੈਂਸ। ਲੈਂਥ ਮੰਨ ਲਓ 100 ਆ ਗਈ, ਏਰੀਆ ਮੰਨ ਲਓ 10 ਆ, ਤਾਂ ਕੱਟ ਕੇ 10 ਬਣਨਾ ਸੀਗਾ, ਠੀਕ ਆ। ਹੁਣ ਪਰ ਹੋਇਆ ਕੀ ਆ, ਕਹਿੰਦਾ ਹੁਣ ਕੀ ਕਰੋ, ਕਹਿੰਦਾ ਵਧਾ ਦਿਓ ਲੈਂਥ ਨੂੰ, ਕਹਿੰਦਾ 10% ਵਧਾ ਦਿਓ। 10% ਵਧਾਉਣ ਦਾ ਰਾਜੇ 100 ਦਾ 10% ਕਿੰਨਾ ਹੁੰਦਾ ਗਾ ਪਤਾ, 100 ਦਾ 10% ਹੁੰਦਾ ਗਾ, 100 ਦਾ 10% 10 ਹੁੰਦਾ ਰਾਜੇ। ਇਹਦਾ ਮਤਲਬ ਲੈਂਥ ਹੁਣ ਨਵੀਂ ਕਿੰਨੇ ਮੀਟਰ ਬਣ ਗਈ 110 ਬਣ ਗਈ, ਤਾਂ ਜਿੰਨੇ ਗੁਣਾ ਲੈਂਥ ਵਧਾਈ ਆ ਉਨੇ ਗੁਣਾ ਸਟ੍ਰੈਚ ਲਿਖਿਆ ਨਾ, ਏਰੀਆ ਉਨੇ ਗੁਣਾ ਘਟਾਉਣਾ ਪਊਗਾ। ਤਾਂ 10 ਦਾ 10% ਕਿੰਨਾ ਹੁੰਦਾ ਸਿਰਫ 1, ਇਹਨੂੰ ਘਟਾਉਣਾ ਪਊਗਾ, ਹੇਠਾਂ ਕਿੰਨਾ ਜੀ 9। ਇੱਥੇ ਇਹਨੂੰ ਕਰਕੇ ਦੇਖ ਲਓ ਵੀ ਕਿੰਨਾ ਬਣਦਾ ਪਿਆ ਆਨਸਰ ਤੁਹਾਡਾ 110 ਨੂੰ ਤੁਸੀਂ ਗੁਣਾ ਕਰਕੇ ਦੇਖ ਲਓ ਬੱਚੇ, 110 ਨੂੰ 9 ਨਾਲ ਆਪਣੇ ਕੈਲਕੂਲੇਟਰ ਦੇ ਉੱਪਰ ਕਰੋ, 110 ਨੂੰ 9 ਨਾਲ ਗੁਣਾ ਕਰੋ, ਤੁਹਾਡਾ 110 ਵੰਡ 9 ਕਿੰਨਾ ਹੈ ਰਾਜੇ 12.22 ਆ ਜਾਊਗਾ, ਕਰਕੇ ਦੇਖ ਲਓ ਚਾਹੇ ਇਹਨੂੰ 12.22 ਆ ਜਾਊਗਾ। ਤਾਂ 12 ਆਨਸਰ ਕਿਹਦੇ ਨੇੜੇ ਆ, ਇਹ 12 ਦੇ ਨੇੜੇ, ਤਾਂ ਆਨਸਰ ਇਹੀ ਆ ਗਿਆ ਨਾ। ਜਿਹੜਾ ਤੁਹਾਨੂੰ ਰੱਟਾ ਦੱਸਿਆ ਜ਼ਿਆਦਾਤਰ ਤੁਹਾਡੇ ਆਨਸਰ ਸਹੀ। ਹਾਂ ਜੇ ਕਿਤੇ ਇੱਦਾਂ ਦਿੱਤਾ ਹੁੰਦਾ ਇੱਥੇ 12.1 12.2 12.3 ਹੈ ਨਾ, ਜੇ ਨੇੜੇ ਨੇੜੇ ਦਿੱਤੇ ਉਹਦੇ ਫਿਰ ਇੱਦਾਂ ਕੱਢ ਕੇ ਦੇਖ ਲਿਓ। ਜੇ ਜਿਵੇਂ ਦੂਰ ਸੀਗਾ ਦੇਖੋ ਇੱਕ 11 ਸੀਗਾ, ਇੱਕ 1.2 ਸੀਗਾ, ਇੱਕ 13 ਸੀ, ਇੱਕ ਫਿਰ ਤੁਹਾਡਾ ਸਿੱਧਾ ਇਹਦੇ ਨਾਲ ਆ ਜਾ ਕਰੂ ਵੀ 10% ਦਿੱਤਾ ਸਟ੍ਰੈਚ ਲਿਖਿਆ, 10% ਦਾ 20% ਕਰ ਲਓ, 10 ਦਾ 20% ਕਿੰਨਾ ਹੁੰਦਾ 2 ਵਧਾ ਦਿਓ 12 ਆਵਾਂਗੇ ਆਨਸਰ। ਕਲੀਅਰ ਹੋ ਗਿਆ ਜੇ ਗੱਲ ਇਹ। ਅਗਲਾ ਕੁਐਸਚਨ ਦੇਖੋ ਜੀ, ਇੱਕ ਤਾਰ ਆ ਕਹਿੰਦਾ ਇਹ ਵਾਇਰ ਆਫ ਰੈਜ਼ਿਸਟੈਂਸ ਆਰ ਇਜ਼ ਮੈਲਟਡ, ਮੈਲਟਡ ਜਿੱਥੇ ਲਿਖਿਆ ਆ ਗਿਆ ਮੈਲਟਡ ਦਾ ਮਤਲਬ ਵੀ ਇਹੀ ਹੁੰਦਾ ਜੀ ਸਟ੍ਰੈਚ ਕਰਨਾ,
ਮੈਲਟਡ ਲਿਖਿਆ ਆ ਜੇ, ਵੋਲਿਊਮ ਘਟਾਉਣਾ ਆ ਜੇ, ਸਭ ਕੁਝ ਉਹ ਸਾਰਾ ਕੀ ਇਹਦਾ ਮਤਲਬ ਕੀ ਹੁੰਦਾ, ਵੋਲਿਊਮ ਸੇਮ ਰੱਖਣਾ ਆ ਜਾਵੇ, ਸਟ੍ਰੈਚ ਲਿਖਿਆ ਆ ਜੇ, ਸਾਰਿਆਂ ਦਾ ਮਤਲਬ ਇੱਕ ਹੀ ਆ। ਇਹ ਸਿੰਪਲ ਨਹੀਂ ਲਿਖਿਆ ਹੋਣਾ ਵੀ ਲੈਂਥ ਵਧਾ ਦਿਓ ਜਾਂ ਘਟਾ ਦਿਓ, ਇਹ ਮੈਲਟ ਕਰਕੇ ਉਹਨੂੰ ਰੀਕਾਸਟ ਕਰਨਾ ਗਾ। ਮਤਲਬ ਇੱਕ ਸਾਡੇ ਕੋਲੇ ਕੋਈ ਚੀਜ਼ ਹੈਗੀ, ਇਹਨੂੰ ਮੈਲਟ ਕਰਨਾ ਪਹਿਲਾਂ, ਇਹਨੂੰ ਪਾਣੀ ਬਣਾ ਲੈਣਾ ਗਾ, ਇਹਨੂੰ ਲਿਕੁਇਡ ਫਾਰਮ ਦੇ ਵਿੱਚ, ਫਿਰ ਉਹਨੂੰ ਦੁਬਾਰੇ ਇਹਨੂੰ ਉਹ ਕਰਨਾ ਗਾ, ਡਾਈ ਪਾਉਣੀ ਹੈ ਇਹਦੇ ਵਿੱਚ, ਡਾਈ ਦੇ ਵਿੱਚ ਬਣਾ ਕੇ ਦੁਬਾਰੇ ਤਿਆਰ ਕਰਨਾ, ਰੀਕਾਸਟ ਕਰਨਾ ਕਹਿੰਦਾ। ਹੁਣ ਇਹਨੇ ਕੀ ਕਰਤਾ, ਮੈਲਟ ਕਰਕੇ ਇਹਨੂੰ ਹਾਫ ਕਰਤਾ ਲੈਂਥ ਨੂੰ। ਹਮੇਸ਼ਾ ਪਹਿਲਾਂ ਲੈਂਥ ਵਧਾਉਂਦਾ ਸੀਗਾ ਨਾ, ਤਾਂ ਆਪਾਂ ਮੰਨ ਲਓ ਵੀ ਪਹਿਲਾਂ ਲੈਂਥ L ਸੀਗੀ ਤੇ ਏਰੀਆ A ਸੀਗਾ, ਉਸ ਵੇਲੇ ਆਪਣੀ ਆਨਸਰ ਆਉਂਦਾ ਸੀਗਾ 1/1 ਮੰਨਿਆ ਹੋਇਆ ਸੀਗਾ ਆਪਣਾ ਆਨਸਰ ਸੀਗਾ 1। ਹੁਣ ਕੀ ਕਹਿੰਦਾ, ਲੈਂਥ ਨੂੰ ਘਟਾ ਦਿਓ ਕਹਿੰਦਾ। ਲੈਂਥ ਘਟਾਈ ਮਤਲਬ ਜੇ ਲੈਂਥ ਪਹਿਲਾਂ ਨਾਲੋਂ ਅੱਧੀ ਕੀਤੀ ਹੈਗੀ ਨਾ, ਹਾਫ ਕਿਹਾ ਨਾ, ਤਾਂ ਜੇ ਪਹਿਲਾਂ ਲੈਂਥ 1 ਸੀਗੀ ਤਾਂ ਹੁਣ ਲੈਂਥ ਕਿੰਨੀ ਹੋ ਗਈ, 0.5 ਹੋ ਗਈ। ਤੇ ਦੂਜਾ ਉਹਨੇ ਕੀ ਕਿਹਾ ਹੈਗਾ, ਜੇ ਰਾਜੇ ਲੈਂਥ ਅੱਧੀ ਹੋ ਗਈ ਤਾਂ ਏਰੀਆ ਜਿਹੜਾ ਹੁਣ ਲੈਂਥ ਘਟੀ ਹੈਗੀ, ਜਿਹੜਾ ਉਹ ਵਾਧੂ ਮਾਲ ਹੈਗਾ, ਉਹ ਕਿਵੇਂ ਲੱਗੂਗਾ, ਉਹਦੇ ਉੱਪਰ ਆ ਕੇ ਉਹ ਮੋਟਾ ਹੋ ਜੂ ਨਾ ਪਹਿਲਾਂ ਨਾਲੋਂ। ਜਿਹੜਾ ਸਾਡਾ ਏਰੀਆ ਆਫ ਕ੍ਰਾਸ ਸੈਕਸ਼ਨ ਆ ਉਹ ਪਹਿਲਾਂ ਨਾਲੋਂ ਦੁੱਗਣਾ ਹੋ ਗਿਆ, ਪਹਿਲਾਂ 1 ਸੀਗਾ ਹੁਣ ਕਿੰਨਾ ਆ ਗਿਆ, 2 ਹੋ ਗਿਆ। ਇਹਨੂੰ ਕੱਟ ਲਓ, ਹੇਠਲੇ ਪਾਸੇ 10 ਆ ਜਾਊਗਾ, ਆਹ ਕੱਟਿਆ ਗਿਆ 5 2 ਤਾਂ ਕਿੰਨਾ ਆ ਗਿਆ, 1/4 ਆ ਗਿਆ। ਤਾਂ ਲੈਂਥ ਸਾਡੀ 1/4 ਰਹਿ ਜੂ, ਪਹਿਲਾਂ R ਸੀਗੀ ਫਿਰ R/4 ਰਹਿ ਜੂਗੀ। ਆਨਸਰ ਹੈਗਾ ਸਾਡਾ। ਮੈਂ ਕੀ ਕਿਹਾ ਹੈਗਾ ਵੀ ਲੈਂਥ ਦੇ ਘਟਣ ਦੇ ਨਾਲ ਰੈਜ਼ਿਸਟੈਂਸ ਕੀ ਹੋਊ, ਲੈਂਥ ਜਦੋਂ ਘਟੂਗੀ ਰੈਜ਼ਿਸਟੈਂਸ ਵੀ ਘਟੂਗੀ, ਰੈਜ਼ਿਸਟੈਂਸ ਘਟੂਗੀ, ਤੇ ਏਰੀਆ ਜਦੋਂ ਵਧੂਗਾ ਰੈਜ਼ਿਸਟੈਂਸ ਉਹਦੇ ਨਾਲ ਵੀ ਘਟੂਗੀ। ਤਾਂ 2 ਵਾਰੀ ਘਟ ਗਈ ਨਾ ਤਾਂ R/4 ਹੋ ਗਿਆ, ਤੁਹਾਨੂੰ ਕੱਟ ਕੇ ਵੀ ਦੱਸਤਾ। ਠੀਕ ਹੈ, ਚਲੋ ਅਗਲਾ ਦੇਖੋ ਰਾਜੇ, ਅਲਟਰਨੇਟਿੰਗ ਕਰੰਟ ਕੈਨ ਨਾਟ ਬੀ ਮੇਜਰਡ ਬਾਏ DC ਐਮੀਟਰ ਬਿਕੋਜ਼ ਅਲਟਰਨੇਟਿੰਗ ਕਰੰਟ ਕੈਨ ਨਾਟ ਬੀ ਮੇਜਰਡ। ਅਲਟਰਨੇਟਿੰਗ ਕਰੰਟ ਕਹਿੰਦਾ, ਦੇਖੋ ਰਾਜੇ 2 ਤਰ੍ਹਾਂ ਦੇ ਸਾਡੇ ਕੋਲੇ ਮੀਟਰ ਹੁੰਦੇ ਨੇਗੇ, ਐਮੀਟਰ। ਇੱਕ ਐਮੀਟਰ ਦੇ ਹੇਠਲੇ ਪਾਸੇ ਦਾ ਜਿਹੜੀ ਆਹ ਲਿਖਿਆ ਹੁੰਦਾ ਨਾ 1 2 3 4, ਇੱਕ ਦੇ ਵਿੱਚ ਤਾਂ ਹੇਠਲੇ ਪਾਸੇ ਜੇ ਤਾਂ ਇੱਦਾਂ ਲਿਖਿਆ ਹੋਇਆ ਇਹਦਾ ਮਤਲਬ ਇਹ ਸਿਰਫ AC ਪੜ੍ਹ ਸਕਦੇ ਆ। ਜੇ ਇਹਦੇ ਹੇਠਲੇ ਪਾਸੇ ਇੱਦਾਂ ਲਿਖਿਆ ਹੋਵੇ ਇਹਦਾ ਮਤਲਬ AC ਤੇ DC ਦੋਨੇ ਪੜ੍ਹ ਸਕਦੇ ਆ। ਤੇ ਜੇ ਕਿਤੇ ਇਕੱਲਾ ਇੱਦਾਂ ਹੀ ਲਿਖਿਆ ਹੋਵੇ ਹੈ ਨਾ, ਕਿਸੇ ਐਮੀਟਰ ਦੇ ਉੱਪਰ ਇਹ ਲਿਖ ਕੇ ਇੱਦਾਂ ਲਿਖਿਆ ਹੋਵੇ, ਫਿਰ ਇਹਦਾ ਮਤਲਬ ਇਹ ਸਿਰਫ DC ਪੜ੍ਹ ਸਕਦੇ ਆ। ਮਤਲਬ ਆਹ ਨਿਸ਼ਾਨ ਹੈਗਾ AC ਦਾ, ਆਹ ਨਿਸ਼ਾਨ ਹੈਗਾ DC ਦਾ, ਤੇ ਜੇ ਦੋਨੇ ਬਣੇ ਹੋਏ ਆ ਤਾਂ AC DC ਦੋਨੇ ਪੜ੍ਹ ਪਾਉਣਗੇ। ਮੋਟੀ ਜੀ ਗੱਲ ਯਾਦ ਰੱਖ ਲਓ, ਜੇ ਕਿਤੇ ਆ ਗਿਆ ਮੂਵਿੰਗ ਆਇਰਨ, ਜੇ ਕਿਤੇ ਲਿਖਿਆ ਹੋਵੇ ਕੋਈ ਮੂਵਿੰਗ ਆਇਰਨ ਇੰਸਟਰੂਮੈਂਟ ਹੈਗਾ, ਮੂਵਿੰਗ ਆਇਰਨ ਇੰਸਟਰੂਮੈਂਟ AC ਤੇ DC ਦੋਨਾਂ ਨੂੰ ਪੜ੍ਹਦਾ। ਠੀਕ ਹੈ, ਤੇ ਜੇ ਲਿਖਿਆ ਹੋਇਆ ਮੂਵਿੰਗ ਕੋਇਲ ਇੰਸਟਰੂਮੈਂਟ, ਚਾਹੇ ਐਮੀਟਰ ਹੋਵੇ ਵੋਲਟ ਮੀਟਰ ਹੋਵੇ, ਮੂਵਿੰਗ ਕੋਇਲ ਹੋਊਗਾ MI, ਇਹਨੂੰ ਲਿਖਿਆ ਹੋਊਗਾ ਪਰਮਾਨੈਂਟ ਮੈਗਨੇਟ ਮੂਵਿੰਗ ਕੋਇਲ। ਠੀਕ ਹੈ, ਇਹ ਜਿਹੜੇ ਪੜ੍ਹਨਗੇ ਇਕੱਲੇ DC ਨੂੰ ਪੜ੍ਹਨਗੇ, ਇਹ 2 ਗੱਲਾਂ ਧਿਆਨ ਰੱਖਿਓ। ਠੀਕ ਹੈ ਬੱਚਿਓ, ਮੂਵਿੰਗ ਕੋਇਲ ਜਿਹੜਾ ਪਰਮਾਨੈਂਟ ਮੈਗਨੇਟ, ਕਈ ਵਾਰੀ ਤਾਂ ਇਹਦਾ ਫੁੱਲ ਫਾਰਮ ਪੁੱਛੀ ਹੋਈ ਸੀ ਪਿਛਲੀ ਵਾਰੀ, PMMC ਦੀ ਫੁੱਲ ਫਾਰਮ ਕੀ ਆ। ਹੁਣ ਜਿਵੇਂ MI ਦੀ ਫੁੱਲ ਫਾਰਮ ਤਾਂ ਆ ਗਈ ਨਾ, ਮੂਵਿੰਗ ਆਇਰਨ ਆ ਗਈ, ਤਾਂ PMMC ਦੀ ਕੀ ਆ, ਪਰਮਾਨੈਂਟ ਮੈਗਨੇਟ ਮੂਵਿੰਗ ਕੋਇਲ ਇੰਸਟਰੂਮੈਂਟ। ਇਹ ਇਕੱਲੇ DC ਪੜ੍ਹਦੇ ਨੇਗੇ। ਹੁਣ ਇਹ DC ਇਕੱਲੇ ਕਿਉਂ ਪੜ੍ਹਦੇ ਹੈਗੇ, ਇਹਦਾ ਕੀ ਕਾਰਨ ਹੈਗਾ? ਉਹਦਾ ਕਾਰਨ ਇਹ ਹੁੰਦਾ ਹੈਗਾ ਵੀ ਸਾਡੇ ਕੋਲੇ ਜਿਹੜੀ AC ਸਪਲਾਈ ਹੈ ਨਾ ਬੱਚੇ, ਪੋਜ਼ਿਟਿਵ ਤੇ ਨੈਗੇਟਿਵ। ਸਿੰਗਲ ਫੇਸ ਮੋਟਰ ਵੀ ਜਿਵੇਂ ਕਰੇ ਵੀ ਸਿੰਗਲ ਫੇਸ ਤੇ ਨਹੀਂ ਚੱਲਦੀ ਹੈਗੀ, ਉਹਨੂੰ ਵੀ 2 ਫੇਸ ਬਣਾਉਣੇ ਪੈਂਦੇ ਆ ਨਾ। ਉਹਦਾ ਕਾਰਨ ਇਹ ਹੁੰਦਾ ਵੀ ਜਿੰਨਾ ਕੁ ਪੋਜ਼ਿਟਿਵ ਦੇ ਵਿੱਚ ਟਾਰਕ ਪੈਦਾ ਹੁੰਦਾ ਗਾ ਸੂਈ ਨੂੰ ਹਿਲਾਉਣ ਵਾਸਤੇ, ਉਹਨਾਂ ਕੁ ਨੈਗੇਟਿਵ ਦੇ ਵਿੱਚ ਖਤਮ ਹੋ ਜਾਂਦਾ, ਕਿਉਂਕਿ ਜਿੰਨਾ ਪੋਜ਼ਿਟਿਵ ਸਾਈਕਲ ਹੁੰਦਾ ਉਨੀ ਨੈਗੇਟਿਵ ਸਾਈਕਲ ਹੁੰਦਾ ਨਾ। ਤਾਂ ਕਰਕੇ ਜਿਹੜੇ DC ਹੈਗੀ ਉਹ ਆਪਾਂ ਮਿਣ ਨਹੀਂ ਸਕਦੇ ਹੈਗੇ। ਤਾਂ ਐਵਰੇਜ ਸਾਈਕਲ ਆਫ ਕੰਪਲੀਟ ਸਾਈਕਲ ਇਜ਼ 0, ਇਹਦਾ ਆਨਸਰ ਇਹ ਆਊਗਾ ਰਾਜੇ। ਠੀਕ ਹੈ, ਅੱਗੇ ਚੱਲਦੇ ਆਂਗੇ। ਰੈਜ਼ਿਸਟੈਂਸ ਆਫ ਕੋਇਲ ਫॉर DC ਇਜ਼ ਇਨ ਓਮ, ਇਨ AC ਰੈਜ਼ਿਸਟੈਂਸ ਬਿਲ। ਰੈਜ਼ਿਸਟੈਂਸ ਆਫ ਕੋਇਲ ਦੀ ਗੱਲ ਕੀਤੀ ਹੈ ਨਾ ਬੱਚੇ, ਜੇ ਕੋਇਲ ਦੀ ਗੱਲ ਕੀਤੀ ਹੈ ਤਾਂ ਕੋਇਲ ਦਾ ਮਤਲਬ ਕੀ ਹੁੰਦਾ ਹੈਗਾ, ਇੰਡਕਟੈਂਸ ਹੁੰਦੀ ਹੈ ਨਾ। ਕੋਇਲ ਬੱਚੇ ਹੁੰਦੀ ਹੈਗੀ ਇੰਡਕਟੈਂਸ। ਆਹ ਮੰਨ ਲਓ ਇੱਕ ਆਹ ਕੋਇਲ ਹੈਗੀ। ਹੁਣ ਤੁਹਾਨੂੰ ਪਤਾ ਜੇ ਮੰਨ ਲਓ ਆਪਣੇ ਕੋਲੇ ਕੋਈ ਰੈਜ਼ਿਸਟੈਂਸ ਹੋਵੇ ਤਾਂ ਇਹਦੀ ਇੱਕ ਰੈਜ਼ਿਸਟੈਂਸ ਹੁੰਦੀ ਹੈ, ਇੱਕ ਇੰਡਕਟੈਂਸ ਹੁੰਦੀ ਹੈ ਨਾ, XL ਹੁੰਦੀ ਆ। XL ਦੀ ਵੈਲਿਊ DC ਵਾਸਤੇ ਕੀ ਹੋਊਗੀ, 2πfL। F ਦੀ ਵੈਲਿਊ ਜਦੋਂ 0 ਪੁੱਟ ਕਰਾਂਗੇ ਤਾਂ XL ਦੀ ਵੈਲਿਊ 0 ਹੋ ਜਾਊਗੀ। ਇਹਦਾ ਮਤਲਬ ਰੈਜ਼ਿਸਟੈਂਸ ਜਿਹੜੀ ਹੋਊਗੀ ਉਹ ਘੱਟ ਹੋਊਗੀ ਨਾ, ਇਕੱਲੀ ਰੈਜ਼ਿਸਟੈਂਸ ਹੋਊਗੀ DC ਵਾਸਤੇ। ਪਰ ਜਦੋਂ ਆਪਾਂ AC ਲਗਾ ਰਹੇ ਕੋਈ ਨਾ ਕੋਈ ਉੱਥੇ ਫ੍ਰੀਕੁਐਂਸੀ ਆ ਗਈ ਤਾਂ XL ਦੀ ਵੀ ਕੋਈ ਨਾ ਕੋਈ ਵੈਲਿਊ ਤਾਂ ਹੋਏਗੀ। ਫਿਰ Z ਹੋਏਗਾ R ਦਾ ਸਕੇਅਰ ਪਲੱਸ XL ਦਾ ਸਕੇਅਰ ਕਰਕੇ ਕੱਢਣਾ ਪਊਗਾ। ਫਿਰ ਇਹਦਾ ਮਤਲਬ ਇੰਪੀਡੈਂਸ ਜਦੋਂ ਵਧੂਗੀ ਤਾਂ ਕਰੰਟ ਦਾ ਫਾਰਮੂਲਾ ਵੋਲਟੇਜ ਵਟੇ ਇੰਪੀਡੈਂਸ ਹੁੰਦਾ ਨਾ। ਜਦੋਂ ਇੰਪੀਡੈਂਸ ਵੱਧ ਗਈ ਕਰੰਟ ਕੀ ਹੋਊਗਾ, ਘਟੂਗਾ ਨਾ। ਤਾਂ ਇਹਦੇ ਹਿਸਾਬ ਨਾਲ ਜਿਹੜਾ ਕਰੰਟ ਆਉਣਾ ਚਾਹੀਦਾ ਹੈਗਾ ਉਹ ਰਾਜੇ ਘਟਣਾ ਚਾਹੀਦਾ ਹੈਗਾ, ਵਿਲ ਡਿਕਰੀ। ਇਹ ਕੀ ਕਿਹਾ, ਇਨ AC ਰੈਜ਼ਿਸਟੈਂਸ ਇਜ਼। ਰੈਜ਼ਿਸਟੈਂਸ ਜਿਹੜੀ ਹੈਗੀ ਉਹ ਇੰਪੀਡੈਂਸ ਤਾਂ ਵਧੂਗੀ ਰਾਜੇ, ਰੈਜ਼ਿਸਟੈਂਸ ਤਾਂ ਵੈਸੇ ਸੇਮ ਰਹਿੰਦੀ ਹੁੰਦੀ ਹੈਗੀ,
ਜਿਹੜੀ ਟੋਟਲ ਇੰਪੀਡੈਂਸ ਹੈਗੀ ਉਹ ਇੰਕਰੀਜ਼ ਹੁੰਦੀ ਹੈਗੀ, ਜਿਹੜੀ ਟੋਟਲ ਇੰਪੀਡੈਂਸ ਹੈਗੀ ਉਹ ਵੱਧਦੀ ਹੁੰਦੀ ਹੈਗੀ, ਕਾਹਦੇ ਕਰਕੇ? ਇੰਡਕਟੈਂਸ ਕਰਕੇ। ਅਗਲਾ ਕੁਐਸਚਨ ਦੇਖੋ ਜੀ, ਕਹਿੰਦਾ ਇਹ ਹੀਟਰ ਆਫ 40 ਓਹਮ ਇਜ਼ ਕਨੈਕਟਡ ਟੂ 220 ਵੋਲਟ 50 ਹਰਟਸ ਮੇਨ ਸਪਲਾਈ, ਪੀਕ ਵੈਲਿਊ ਆਫ ਇਲੈਕਟ੍ਰਿਕ ਕਰੰਟ ਫਲੋਇੰਗ ਇਨ ਦਾ ਸਰਕਟ ਇਜ਼ ਅਪਰੋਕਸੀਮੇਟਲੀ। ਦੇਖੋ ਬੱਚੇ, ਸਾਨੂੰ ਪਤਾ ਗਾ ਕਿ ਹੀਟਰ ਲੱਗਿਆ ਹੋਇਆ ਇੱਕ, ਕਾਹਦੇ ਨਾਲ ਲੱਗਿਆ ਹੋਇਆ ਬੱਚੇ? ਇਹ 200 ਵੋਲਟ ਸਪਲਾਈ ਨਾਲ ਲੱਗਿਆ ਹੋਇਆ। ਜਿਹੜਾ ਇਹ 200 ਵੋਲਟ ਦਿੱਤਾ ਹੋਇਆ, ਇਹ ਕਿਹੜੀ ਵੈਲਿਊ ਹੈਗੀ? ਜਿਹਦੇ ਮੂਹਰੇ ਅੱਗੇ ਪਿੱਛੇ ਕੁਝ ਨਹੀਂ ਲਿਖਿਆ ਹੋਇਆ, ਹੈਗੀ RMS ਵੈਲਿਊ। RMS ਵੈਲਿਊ ਹੈ ਨਾ ਇਹ। ਜੇ ਇਹ RMS ਵੈਲਿਊ ਹੈਗੀ, ਰਜਿਸਟੈਂਸ ਸਾਨੂੰ ਹੈਗੀ ਆ 40 ਓਹਮ ਦੀ ਦਿੱਤੀ ਹੋਈ, ਤਾਂ ਪਹਿਲਾਂ ਤਾਂ ਕਰੰਟ ਕੱਢ ਲਓ। ਜਿਹੜਾ ਇਹ ਕਰੰਟ ਨਿਕਲੂ, ਇਹ ਪਤਾ ਕਿਹੜਾ ਨਿਕਲੂ? RMS ਨਿਕਲੂ, ਕਿਉਂਕਿ ਵੋਲਟੇਜ RMS ਦਿੱਤੀ ਹੋਈ ਆ। ਤਾਂ ਕਰੰਟ ਦਾ ਫਾਰਮੂਲਾ ਲਾ ਲਓ, 200/40 ਕਰ ਲਓ ਰਾਜੇ। ਇਹ ਨਾਲ ਆ ਕੱਟਿਆ ਗਿਆ 20, 5 ਆ ਗਿਆ ਆਨਸਰ। 5 ਐਂਪੀਅਰ ਜਿਹੜਾ ਆਇਆ ਗਾ, ਇਹ ਕੀ ਆਇਆ ਗਾ? RMS ਵੈਲਿਊ ਆਈ ਆ। ਪੁੱਛੀ ਕੀ ਹੈਗੀ ਇਹਨੇ? ਪੀਕ ਵੈਲਿਊ ਆਫ ਇਲੈਕਟ੍ਰਿਕ ਕਰੰਟ। ਪੀਕ ਵੈਲਿਊ ਕਿਵੇਂ ਕਰਾਂਗੇ? 5√2। 5 ਨੂੰ ਅਜੇ ਮਲਟੀਪਲਾਈ ਕਰਾਂਗੇ 1.414 ਦੇ ਨਾਲ, ਇਹ ਲਗਭਗ ਆ ਜਾਊਗਾ 7 ਐਂਪੀਅਰ ਦੇ ਨੇੜੇ ਤੇੜੇ ਆ ਜਾਊਗਾ। ਆ ਆਨਸਰ ਆ ਸਾਡਾ। 5 ਤੋਂ ਵੱਧ ਹੋਰ ਤਾਂ ਹੋਈ ਹੈ ਹੀ ਨਹੀਂ, ਕੋਈ 10 ਤਾਂ ਹੈ ਹੀ ਨਹੀਂ, ਦੂਰ ਹੈਗਾ। ਤਾਂ ਰਾਜੇ ਆ 7 ਆਨਸਰ ਆ ਜਾਊਗਾ। ਪੀਕ ਵੈਲਿਊ 7 ਆ ਗਈ। ਜੇ ਵੈਸੇ ਪੁੱਛਿਆ ਹੁੰਦਾ ਤਾਂ ਆਪਣਾ 5 ਆਉਣਾ ਸੀ ਆਨਸਰ, ਕਿਉਂਕਿ ਇਹਨੇ ਪੀਕ ਕਰੰਟ ਪੁੱਛਿਆ ਹੈਗਾ, ਤਾਂ ਪੀਕ ਕਰੰਟ ਇੱਥੇ 7 ਆਊਗਾ। ਦੇਖਿਆ ਆ ਰਿਹਾ ਨਾ ਏਸੀ ਦੇ ਵਿੱਚੋਂ ਸਰਕਟ, ਏਸੀ ਸਰਕਟ ਦੇ ਵਿੱਚੋਂ ਆ ਰਹੇ ਨੇ ਕੁਐਸਚਨ। ਤੁਹਾਨੂੰ ਕਿਹਾ ਸੀ ਏਸੀ ਸਰਕਟ ਬਹੁਤ ਆਉਂਦਾ ਹੁੰਦਾ ਹੈਗਾ। ਨੈਕਸਟ ਕੁਐਸਚਨ ਦੇ ਵਿੱਚ ਕਿਹਾ ਹੈਗਾ ਸਰਕਟ ਕਰੰਟ ਇਨ ਦਾ ਸਰਕਟ ਇਜ਼ ਵਾਟਲੈਸ। ਵਾਟਲੈਸ ਦੇਖੋ ਰਾਜੇ, ਦੋ ਤਰ੍ਹਾਂ ਦੇ ਕਰੰਟ ਜਾਂ ਪਾਵਰਾਂ ਹੁੰਦੀਆਂ, ਇੱਕ ਹੁੰਦੀ ਆ ਵਾਟ ਫੁੱਲ, ਇੱਕ ਹੁੰਦੀ ਆ ਵਾਟ ਲੈਸ। ਹੁਣ ਦੇਖੋ, ਜਦੋਂ ਕਦੇ ਵੀ ਆਪਣੇ ਕੋਲੇ ਰੈਜ਼ਿਸਟੈਂਸ ਹੁੰਦੀ ਹੈਗੀ, ਰੈਜ਼ਿਸਟੈਂਸ ਦੇ ਵਿੱਚ ਜਦੋਂ ਆਪਾਂ I²R ਕਰਦੇ ਆਂਗੇ, ਤਾਂ ਆਪਣਾ ਜਿਹੜਾ ਆਨਸਰ ਆਉਂਦਾ ਹੁੰਦਾ, ਜਿਵੇਂ 5 ਦਾ ਸਕੁਅਰ R ਕਰਕੇ ਆਪਣੇ ਕੋਲੇ 20 ਵਾਟ ਆਉਂਦਾ ਹੁੰਦਾ ਨਾ। ਰੈਜ਼ਿਸਟੈਂਸ ਦੇ ਅਕਰੋਸ ਜਿਹੜੀ ਪਾਵਰ ਹੁੰਦੀ ਆ ਉਹ ਵਾਟ ਦੇ ਵਿੱਚ ਹੁੰਦੀ ਆ ਨਾ। ਤਾਂ ਜਿਹੜੀ ਇੱਥੇ ਪਾਵਰ ਪੈਦਾ ਹੋ ਰਹੀ ਆ ਉਹ ਵਾਟ ਆ, ਇਹਨੂੰ ਆਪਾਂ ਕਹਾਂਗੇ ਵਾਟ ਫੁੱਲ। ਇਹਦਾ ਮਤਲਬ ਜੇ ਰੈਜ਼ਿਸਟੈਂਸ ਹੋਊਗਾ ਤਾਂ ਪਾਵਰ ਕਿਹੜੀ ਹੋਊਗੀ? ਵਾਟ ਫੁੱਲ ਹੋਊਗੀ। ਤੇ ਜੇ ਰੈਜ਼ਿਸਟੈਂਸ ਨਹੀਂ ਹੈਗਾ, ਆਪਾਂ ਕਹਿੰਦੇ ਹਾਂ ਜੇ ਰੈਜ਼ਿਸਟੈਂਸ ਨਹੀਂ ਹੈਗਾ, ਜਿਵੇਂ ਕਿ ਇੱਕ ਪਿਓਰ ਇੰਡਕਟਰ ਦੀ ਆਪਾਂ ਗੱਲ ਕਰੀਏ, ਪਿਓਰ ਇੰਡਕਟਰ ਦੇ ਕੇਸ ਦੇ ਵਿੱਚ ਰੈਜ਼ਿਸਟੈਂਸ ਤਾਂ ਹੁੰਦੀ ਨਹੀਂ ਹੈਗੀ, ਉਹਦੇ ਵਿੱਚ ਜਿਹੜੀ ਪਾਵਰ ਹੁੰਦੀ ਹੈਗੀ, ਉਹਦੇ ਵਿੱਚ ਪਾਵਰ ਕੀ ਹੁੰਦੀ ਹੈ ਜੇ V/I/cos θ ਕਰਦੇ ਆਂਗੇ ਆਪਾਂ। ਇਹ ਉਹਨਾਂ ਨੂੰ ਸਮਝ ਆਊਗਾ ਜਿਨ੍ਹਾਂ ਨੇ ਪ੍ਰੋਪਰ ਏਸੀ ਸਰਕਟ ਕੀਤਾ ਹੋਇਆ ਹੈਗਾ। VI cos θ, ਮੈਂ ਵੀਡੀਓ ਵੀ ਉਸ ਢੰਗ ਨਾਲ ਹੀ ਬਣਾ ਰਿਹਾ ਹੈਗਾ। ਤਾਂ VI cos θ ਜਦੋਂ ਆਪਾਂ ਭਰਾਂਗੇ ਰਾਜੇ ਆਨਸਰ, ਜਿਹੜਾ ਜਦੋਂ ਆਪਾਂ ਜਦੋਂ ਇੰਡਕਟਰ ਹੋਊਗਾ, ਪਿਓਰ ਇੰਡਕਟਰ ਦੇ ਕੇਸ ਦੇ ਵਿੱਚ ਸਾਡੇ ਕੋਲੇ cos θ 90 ਡਿਗਰੀ ਭਰਾਂਗੇ, ਉਹ ਕਿੰਨਾ ਉਹਦਾ 0। ਤਾਂ ਜਿਹੜਾ ਵਾਟ ਵਾਲਾ ਆਨਸਰ ਆ ਉਹ ਸਾਡਾ 0 ਆ ਗਿਆ ਨਾ। ਪਾਵਰ ਜਦੋਂ ਆਪਣੀ ਉਹ 0 ਆਊ ਜਦੋਂ ਆਪਣੇ ਕੋਲੇ ਰੈਜ਼ਿਸਟੈਂਸ ਨਹੀਂ ਹੋਊਗੀ। ਤਾਂ ਇਹਦਾ ਮਤਲਬ ਜੇ 0 ਆ, ਇਹਦਾ ਮਤਲਬ ਕਰੰਟ ਦਾ ਫਲੋ ਹੋ ਰਿਹਾ ਹੈਗਾ, ਪਰ ਕਰੰਟ ਦੇ ਨਾਲ ਕੋਈ ਵਾਟ ਦਾ ਪੈਦਾ ਨਹੀਂ ਹੋ ਰਹੇ। ਇਹਦਾ ਮਤਲਬ ਇਹ ਕਿਹੜਾ ਕਰੰਟ ਆ? ਵਾਟ ਲੈਸ ਕਰੰਟ ਆ ਰਾਜੇ ਇਹ। ਤਾਂ ਵਾਟਲੈਸ ਕਰੰਟ ਕਦੋਂ ਹੁੰਦਾ ਸਰਕਟ ਦੇ ਵਿੱਚ? ਜੇ ਤਾਂ ਇੰਡਕਟੈਂਸ, ਜੇ ਇੰਡਕਟੈਂਸ 0 ਆ ਗਈ ਪਹਿਲਾਂ, ਜੇ ਇੰਡਕਟੈਂਸ 0 ਆ ਫਿਰ ਸਾਡਾ ਜਿਹੜਾ ਕਰੰਟ ਹੋਊਗਾ ਉਹ ਵਾਟ ਫੁੱਲ ਹੋਊਗਾ। ਮਤਲਬ ਇੰਡਕਟੈਂਸ 0, ਉੱਥੇ ਕੋਈ ਰੈਜ਼ਿਸਟੈਂਸ ਲੱਗੀ ਹੋਈ ਆ। ਰੈਜ਼ਿਸਟੈਂਸ ਦੇ ਵਿੱਚ ਦੀ ਲੰਘਣ ਵਾਲਾ ਕਰੰਟ ਕੀ ਹੁੰਦਾ? ਵਾਟ ਫੁੱਲ, ਕਿਉਂਕਿ ਆਨਸਰ ਕਾਹਦੇ ਵਿੱਚ ਹੁੰਦਾ? ਵਾਟ ਦੇ ਵਿੱਚ ਹੁੰਦੀ ਆ ਆਪਣੀ ਪਾਵਰ। ਅੱਛਾ, ਕਦੇ ਤੁਸੀਂ ਇਹ ਦੇਖਿਆਗਾ ਵੀ ਕਦੇ ਕੋਈ ਇੰਡਕਟਰ ਲੱਗਿਆ ਹੋਵੇ ਤੇ ਉਹਦੇ ਵਿੱਚ 2 ਐਂਪੀਅਰ ਕਰੰਟ ਦਿੱਤਾ ਹੋਇਆ ਤੇ ਆਪਾਂ ਨੂੰ 3 ਓਹਮ ਰੈਜ਼ਿਸਟੈਂਸ ਦਿੱਤੀ ਹੋਈ ਆ, ਆਪਾਂ ਕਦੇ ਵੀ ਇਹ ਨਹੀਂ ਕਰਦੇ I²XL ਕਰਕੇ ਆਪਣੇ ਕੋਲੇ ਵਾਟ ਆਪਾਂ ਕਦੇ ਨਹੀਂ ਕੱਢਦੇ, ਨਹੀਂ। ਆਪਾਂ ਕਹਿੰਦੇ ਜਿਹੜੀ ਪਾਵਰ ਵਾਟ ਵਾਲੀ ਪਾਵਰ ਹੁੰਦੀ ਆ ਉਹ ਸਿਰਫ ਔਰ ਸਿਰਫ ਰੈਜ਼ਿਸਟੈਂਸ ਦੇ ਵਿੱਚ ਹੁੰਦੀ ਹੈਗੀ। ਜਿਹੜਾ ਆਹਾਗਾ ਸਾਡਾ, ਜਿਹੜੀ ਸਾਡੀ ਇੰਡਕਟਰ ਹੈਗਾ, ਇਹਦਾ ਵਾਟ ਲੈਸ ਹੈ ਤਾਂ ਠੀਕ ਹੈ, ਇਹਦੇ ਵਿੱਚ ਤਾਂ ਵਾਟ ਹੁੰਦੇ ਹੀ ਨਹੀਂ ਹੈਗੇ। ਤਾਂ ਵਾਟ ਲੈਸ ਕਦੋਂ ਹੋਊਗਾ? ਵਾਟ ਲੈਸ ਕਦੋਂ ਹੋਊਗੀ ਪਾਵਰ? ਜਦੋਂ ਸਾਡੇ ਕੋਲ ਰੈਜ਼ਿਸਟੈਂਸ ਹੋਵੇਗਾ ਹੀ ਨਹੀਂ, ਜਦੋਂ ਰੈਜ਼ਿਸਟੈਂਸ ਸਾਡਾ 0 ਹੋਏਗਾ। ਅਲਟਰਨੇਟਿਵ ਕਰੰਟ ਵਾਲੀ ਕੋਈ ਗੱਲ ਨਹੀਂ ਹੈਗੀ, ਦੋਨੇ 0 ਕਰਤੇ ਤਾਂ ਕਰੰਟ ਤਾਂ ਸ਼ਾਰਟ ਸਰਕਟ ਹੋ ਜਾਊਗਾ। ਤਾਂ ਰੈਜ਼ਿਸਟੈਂਸ ਜਦੋਂ 0 ਹੋਊਗਾ ਉਸ ਵੇਲੇ ਸਾਡਾ ਜਿਹੜਾ ਕਰੰਟ ਉਹ ਵਾਟ ਲੈਸ ਹੋਊਗਾ। ਜੇ ਰੈਜ਼ਿਸਟੈਂਸ ਹੈਗਾ ਫਿਰ ਕਰੰਟ ਆ ਜਿਹੜਾ ਉਹ ਵਾਟ ਫੁੱਲ ਹੈਗਾ। ਠੀਕ ਹੈ ਜੀ। ਚੋਕ ਕੋਇਲ ਇਜ਼ ਪ੍ਰੈਫਰਡ ਟੂ ਏ ਰਿਓਸਟੈਟ ਇਨ AC ਸਰਕਟ। ਇਹ ਕੀ ਕਹਿੰਦਾ? ਕਹਿੰਦਾ ਕਈ ਵਾਰੀ ਕੀ ਕਰਦੇ ਆ, ਮੰਨ ਲਓ ਆਪਣੇ ਕੋਲੇ ਰਾਜੀ ਇੱਕ ਆਹ ਬੱਲਬ ਹੈਗਾ ਹੈ ਨਾ, ਇਹਨੂੰ ਚਾਹੀਦੇ ਆ 20 ਵੋਲਟ। ਧਿਆਨ ਨਾਲ ਸੁਣੋ ਮੇਰੀ ਗੱਲ ਨੂੰ, ਇੱਥੇ ਸਾਡੇ ਕੋਲੇ ਹੈਗੇ ਆ 40 ਵੋਲਟ। ਤਾਂ ਸੀਰੀਜ਼ ਦੇ ਵਿੱਚ ਕੁਛ ਨਾ ਕੁਛ ਲਗਾ ਕੇ ਸਾਨੂੰ 20 ਵੋਲਟ ਦਾ ਡ੍ਰੌਪ ਕਰਵਾਉਣਾ ਪਊ ਤਾਂ ਕਿ ਬੱਲਬ ਤੱਕ 20 ਵੋਲਟ ਹੀ ਪਹੁੰਚਣ। ਜਿਹਦੇ ਕੋਲੇ ਵੱਧ ਵੋਲਟ ਪਹੁੰਚ ਗਏ ਤਾਂ ਬੱਲਬ ਸੜ ਜੂਗਾ। ਤਾਂ ਆਪਾਂ ਨੂੰ ਵੋਲਟੇਜ ਦਾ ਡ੍ਰੌਪ ਕਰਾਉਣਾ ਪਊ, ਇੱਥੇ ਆਪਾਂ ਨੂੰ 20 ਵੋਲਟ ਡ੍ਰੌਪ ਕਰਾਉਣਾ ਪਊ। ਹੁਣ ਵੋਲਟੇਜ ਦਾ ਡ੍ਰੌਪ ਕਾਹਦੇ ਵਿੱਚ ਹੁੰਦਾ? ਉਹ ਰੈਜ਼ਿਸਟੈਂਸ 'ਚ ਵੀ ਹੁੰਦਾ, I/R ਕਰਕੇ। ਇਹ ਹੁਣ ਵੋਲਟੇਜ ਦਾ ਡ੍ਰੌਪ I/XL ਕਰਕੇ ਉਹਦੇ ਵਿੱਚ ਵੀ ਹੁੰਦਾ, I/XL। VL ਵੋਲਟੇਜ ਡ੍ਰੌਪ ਹੁੰਦਾ ਨਾ, I/XL। ਇੰਡਕਟਰ ਦੇ ਕ੍ਰਾਸ ਵੀ ਹੁੰਦਾ। ਦੋਨਾਂ ਚੋਂ ਕਹਿੰਦਾ ਕਿਹਨੂੰ ਪ੍ਰੈਫਰ ਕਰਾਂਗੇ? ਦੋਨਾਂ ਚੋਂ ਪ੍ਰੈਫਰ ਕਰਾਂਗੇ ਆਪਾਂ ਰਾਜੇ ਇੰਡਕਟਰ ਨੂੰ।
ਕਿਉਂਕਿ ਜਦੋਂ ਰੈਜ਼ਿਸਟੈਂਸ ਲਗਾਵਾਂਗੇ ਆਪਾਂ ਤਾਂ ਰੈਜ਼ਿਸਟੈਂਸ ਦੇ ਅੰਦਰ ਇੱਕ ਹੀਟ ਲਾਸ ਵੀ ਹੋਣਗੇ। ਇੰਡਕਟਰ ਦੇ ਅੰਦਰ ਕੋਈ ਵੀ ਹੀਟ ਲਾਸ ਨਹੀਂ ਹੁੰਦੇ ਜੇ ਪਿਓਰ ਇੰਡਕਟਰ ਹੋਵੇ। ਤਾਂ ਉਹ ਕਹਿੰਦਾ ਆਪਾਂ ਕਿਉਂ ਪ੍ਰੈਫਰ ਕਰਦੇ ਹਾਂ ਕੋਇਲ ਨੂੰ, ਕਿਉਂਕਿ ਇਟ ਕੰਜ਼ਿਊਮਸ ਆਲਮੋਸਟ ਜ਼ੀਰੋ ਪਾਵਰ। ਆਊਗਾ ਇੰਕਰੀਜ਼ਿਸ ਕਰੰਟ ਵਾਲੀ ਕੋਈ ਗੱਲ ਨਹੀਂ ਹੈਗੀ, ਪਾਵਰ ਵਾਲੀ ਕੋਈ ਗੱਲ ਨਹੀਂ ਹੈਗੀ, ਵੋਲਟੇਜ ਵਾਲੀ ਕੋਈ ਗੱਲ ਨਹੀਂ। ਕਿਉਂਕਿ ਜਿਹੜੀ ਇੱਕ ਕੋਇਲ ਆ ਗਈ, ਕੋਇਲ ਕੀ ਕਰਦੀ ਹੈ ਰਾਜੇ, ਜਿਹੜੇ ਉਹਦੇ ਵਿੱਚ ਪਾਵਰ ਆ ਗਈ ਉਹ ਕੰਜ਼ਿਊਮ ਨਹੀਂ ਹੁੰਦੀ ਹੈਗੀ। ਸਾਰੀ ਪਾਵਰ ਇੱਥੇ ਜਾਵੇਗੀ ਬੱਲਬ ਤੱਕ। ਸਾਡੇ ਜਿਹੜਾ ਆਪਾਂ ਵੋਲਟੇਜ ਡ੍ਰੌਪ ਕਰਵਾਉਣ ਵਾਸਤੇ ਜਿਹੜੀ ਚੀਜ਼ ਲਾਈ ਹੋਈ ਆ ਉਹ ਸਿਰਫ ਵੋਲਟੇਜ ਨੂੰ ਡ੍ਰੌਪ ਕਰਵਾਊਗੀ, ਉਹ ਪਾਵਰ ਨਹੀਂ ਲਾਸ ਕਰਵਾਊਗੀ। ਕਲੀਅਰ ਹੋ ਗਈ ਜੀ ਗੱਲ ਇਹ। ਅਗਲਾ ਕੁਐਸਚਨ ਦੇਖੋ ਜੀ, ਇਫ ਵੀ ਵਾਂਟ ਟੂ ਕੰਸਟਰਕਟ ਏ ਟਰਾਂਸਫਾਰਮਰ ਦੈਟ ਡਿਕਰੀਜ਼ ਦਾ ਵੋਲਟੇਜ 4 ਟਾਈਮਸ। 4 ਗੁਣਾ ਵੋਲਟੇਜ ਨੂੰ ਆਪਾਂ ਕੀ ਕਰਨਾਗਾ ਬੱਚੇ, ਘਟਾਉਣਾ 4 ਗੁਣਾ। ਇਹਦਾ ਮਤਲਬ ਕੀ ਆ, ਜੇ 4 ਗੁਣਾ ਵੋਲਟੇਜ ਕਿਵੇਂ ਆਪਾਂ ਨੇ ਕੀ ਬਣਾਉਣਾ, ਟਰਾਂਸਫਾਰਮਰ ਸਟੈਪ ਅਪ ਬਣਾਉਣਾ ਕਿ ਸਟੈਪ ਡਾਊਨ ਬਣਾਉਣਾ। ਆਪਾਂ 4 ਗੁਣਾ ਵੋਲਟੇਜ ਨੂੰ ਘਟਾਉਣਾ, ਡਿਕਰੀਜ਼ ਦਾ ਵੋਲਟੇਜ, ਡਿਕਰੀਜ਼ ਦਾ ਮਤਲਬ ਹੁੰਦਾ ਘਟਾਉਣਾ, 4 ਗੁਣਾ ਘਟਾਉਣਾਗਾ ਤੇ ਇਹਦਾ ਮਤਲਬ ਸਟੈਪ ਡਾਊਨ ਟਰਾਂਸਫਾਰਮਰ ਬਣਾਉਣਾ, ਸਟੈਪ ਡਾਊਨ ਬਣਾਉਣਾ। ਤਾਂ ਜਿਹੜੀ ਕੇ ਦੀ ਵੈਲਿਊ ਹੈਗੀ ਸਾਡੀ, ਅੱਛਾ ਜਿਹੜੀ ਸਾਡੇ ਕੋਲੇ ਵੈਲਿਊ V1, ਜਿਹੜੀ ਕੇ ਦੀ ਵੈਲਿਊ V2/V1 ਹੁੰਦੀ ਹੈ ਨਾ, ਇਹਦਾ ਮਤਲਬ ਸੈਕੰਡਰੀ ਵਾਲੇ ਪਾਸੇ ਜੇ ਵੋਲਟੇਜ 1 ਹੋਵੇ ਤਾਂ ਪ੍ਰਾਇਮਰੀ ਵਾਲੇ ਪਾਸੇ 4 ਹੋਊਗੀ। ਜੇ ਸੈਕੰਡਰੀ ਵਾਲੇ ਪਾਸੇ ਵੋਲਟੇਜ 2 ਆ ਤਾਂ ਪ੍ਰਾਇਮਰੀ ਵਾਲੇ ਪਾਸੇ 8 ਹੋਊਗੀ। ਸਟੈਪ ਡਾਊਨ ਤਾਂ ਹੀ ਹੋਊਗਾ ਨਾ। ਕਹਿੰਦਾ ਇਫ ਦਾ ਨੰਬਰ ਆਫ ਟਰਨ ਇਨ ਸੈਕੰਡਰੀ ਕੋਇਲ ਇਜ਼ 1680। 1680 ਘੱਟ ਟਰਨ ਨੇ ਨਾ, ਸੈਕੰਡਰੀ ਵਾਲੇ ਪਾਸੇ ਵੋਲਟੇਜ ਘੱਟ ਹੈਗੀ, ਸਟੈਪ ਡਾਊਨ ਟਰਾਂਸਫਾਰਮਰ ਬਣਾ ਰਹੇ ਹੈਗੇ। 1640 ਸੈਕੰਡਰੀ ਟਰਨ ਨੇ ਤਾਂ ਇਹ ਘੱਟ ਟਰਨ ਨੇ। ਪ੍ਰਾਇਮਰੀ ਵਾਲੇ ਪਾਸੇ ਟਰਨਾਂ ਪੁੱਛੀਆਂ ਤਾਂ ਉਹ ਵੱਧ ਹੋਣਗੀਆਂ, ਮਤਲਬ ਇਹਨੂੰ ਗੁਣਾ ਕਰਨੀ ਪਊ 4 ਨਾਲ। ਸਿੱਧੀ ਜੀ ਗੱਲ ਆ। ਪਰ ਜੇ ਵੈਸੇ ਲਿਖ ਕੇ ਵੀ ਦੇਖ ਲਓ ਵੀ V2/V1 ਜਿਹੜਾ ਹੁੰਦਾ ਗਾ ਉਹ ਬਰਾਬਰ ਹੁੰਦਾ ਕਿਹਦੇ ਬੱਚੇ, N2/N1 ਦੇ। ਕਰੰਟ ਪੁੱਠਾ ਹੁੰਦਾ ਹੈਗਾ, ਵੋਲਟੇਜ ਦੀ ਜਿਹੜੀ ਟਰਨਾਂ ਹੁੰਦੀਆਂ ਇੱਕੋ ਜਿੱਕੇ ਸੇਮ ਹੁੰਦੀਆਂ ਨੇ, ਸੇਮ ਪ੍ਰਪੋਰਸ਼ਨ ਦੇ ਵਿੱਚ ਹੁੰਦੀਆਂ ਨੇ। ਤਾਂ V2 ਆਪਾਂ ਕਿੰਨੀ ਉਹਨੇ ਕਿਹਾ 4 ਗੁਣਾ ਘਟਾਉਣੀ ਆ, ਤਾਂ V2 ਨੂੰ ਆਪਾਂ 1 ਮੰਨਿਆ। ਆ ਲਓ V2 ਦੀ ਵੈਲਿਊ 1 ਭਰ ਲਈ। V1 4 ਗੁਣਾ ਵੱਧ ਹੋਊ, ਇੱਥੋਂ 4 ਭਰ ਲਿਆ। N ਉੱਪਰ ਕੀ ਲਿਖਿਆ ਜਾਓ, N2 ਦੀਆਂ ਟਰਨਾਂ ਦਿੱਤੀਆਂ ਨੇ ਸੈਕੰਡਰੀ ਟਰਨਾਂ 1680। N1 ਕੱਢਣਾਗਾ X, N1 ਲਿਖ ਲਓ ਚਾਹੇ, ਤੈਨੂੰ ਕ੍ਰਾਸ ਮਲਟੀਪਲਾਈ ਕਰ ਦਿਓ। N1 ਦੀ ਵੈਲਿਊ ਆ ਗਈ 1680 ਗੁਣਾ 4। ਤਾਂ 1680 ਨੂੰ ਰਾਜੇ 4 ਨਾਲ ਗੁਣਾ ਕਰਕੇ ਦੇਖ ਲਓ ਕਿੰਨਾ ਬਣਦਾ ਗਾ। 0 8 ਚੌਕਾ 32, 6 ਚੌਕ 24, 24 3 27, 2 4 ਤੇ 2 6720 ਆਪਣਾ ਡੀ ਆਂਸਰ ਆ ਗਿਆ। N1/N2 ਦਾ ਕੁਐਸਚਨ ਸੀਗਾ। ਤੁਹਾਨੂੰ ਕਿਹਾ ਸੀ ਨਾ ਵੀ ਕੁਐਸਚਨ ਤਾਂ ਪੱਕਾ ਆਊਗਾ। ਅਗਲਾ ਕੁਐਸਚਨ ਸਮਝਾਉਣ ਤੋਂ ਪਹਿਲਾਂ ਤੁਹਾਨੂੰ ਇੱਕ ਛੋਟਾ ਜਿਹਾ ਕੰਸੈਪਟ ਸਮਝਾਉਣ ਲੱਗਿਆ ਬੱਚਿਓ। ਮੰਨ ਲਓ ਤੁਹਾਡੇ ਕੋਲ ਇੱਕ ਟਰਾਂਸਫਾਰਮਰ ਹੈ, ਉਹਦੀ ਆ ਪ੍ਰਾਇਮਰੀ ਵਾਈਂਡਿੰਗ ਆ, ਸੈਕੰਡਰੀ ਵਾਈਂਡਿੰਗ ਆ। ਅੱਛਾ ਇੱਕ ਗੱਲ ਦੱਸੋ ਰਾਜੇ, ਪ੍ਰਾਇਮਰੀ ਦੇ ਵਿੱਚੋਂ ਜਿਹੜਾ ਤਾਂ ਸੈਕੰਡਰੀ ਦੇ ਵਿੱਚ ਕਰੰਟ ਫਲੋ ਹੁੰਦਾ ਇਹ ਤਾਂ ਸਾਰਾ ਦੇ ਸਾਰਾ ਜਾਂਦਾ ਹੁੰਦਾ ਲੋਡ ਦੇ ਕੋਲੇ। ਤਾਂ ਇਹ ਤਾਂ ਹੈਗਾ ਲੋਡ ਕਰੰਟ। ਸੈਕੰਡਰੀ ਦਾ ਕਰੰਟ ਲੋਡ ਦੀ ਪੂਰਤੀ ਕਰਦਾ ਨਾ, ਮਤਲਬ। ਤੇ ਇੱਥੇ ਜਿਹੜੀ ਵੀ ਇੱਥੇ ਜਿਹੜਾ ਲੱਗਿਆ ਹੋਏਗਾ ਫੁੱਲ ਲੋਡ ਦੇ ਉੱਪਰ ਕੋਈ ਨਾ ਕੋਈ ਜਿਹੜਾ ਵੀ ਲੋਡ ਲੱਗਿਆ ਹੋਏਗਾ, ਜਿਹੜੀ ਉਹਦੀ ਰੇਟਿੰਗ ਹੋਏਗੀ ਉਹੀ ਲੋਡ ਦੇ ਉੱਪਰ ਇਹ ਚੱਲ ਰਿਹਾ ਹੋਊਗਾ। ਜੇ ਆਪਾਂ ਸੈਕੰਡਰੀ ਦੀ ਵੋਲਟੇਜ ਨੂੰ ਸੈਕੰਡਰੀ ਦੇ ਕਰੰਟ ਨਾਲ ਮਲਟੀਪਲਾਈ ਕਰ ਦਈਏ, ਸਾਨੂੰ KVA ਵੈਲਿਊ ਮਿਲ ਜਾਂਦੀ ਹੁੰਦੀ ਹੈ ਨਾ, ਵੀ ਟਰਾਂਸਫਾਰਮਰ ਕਿੰਨੇ KVA ਦਾ। ਉਸੇ ਤਰੀਕੇ ਅੱਛਾ ਜਿਹੜੀ ਇਹ KVA ਰੇਟਿੰਗ ਨਿਕਲਦੀ ਹੁੰਦੀ ਹੈ, ਇਹ ਕੀ ਹੁੰਦੀ ਹੈ ਬੱਚੇ, ਇਹ ਆਊਟਪੁੱਟ ਹੁੰਦੀ ਹੈ ਵੀ ਟਰਾਂਸਫਾਰਮਰ ਦੀ ਆਊਟਪੁੱਟ ਕਿੰਨੀ ਆ। ਹੁਣ ਜੇ ਮੈਂ ਕਹਾਂ ਆਪਣੇ ਕੋਲੇ ਵੈਸੇ ਆਪਾਂ ਨੂੰ ਪਤਾ ਨਾ ਵੀ ਜਦੋਂ ਆਪਾਂ ਐਫੀਸ਼ੀਐਂਸੀ ਕੱਢਦੇ ਸੀ ਆਪਾਂ ਕਹਿੰਦੇ ਸੀ ਆਊਟਪੁੱਟ ਬਟਾ ਇਨਪੁੱਟ, ਜੇ ਆਪਾਂ ਕਹਿੰਦੇ ਸੀ ਆਊਟਪੁੱਟ ਪਲੱਸ ਲੋਸਿਸ। ਇੱਕ ਇਹ ਗੱਲ ਦੇਖੋ ਵੀ ਜਿਹੜਾ ਪ੍ਰਾਇਮਰੀ ਦੇ ਵਿੱਚੋਂ ਕਰੰਟ ਖਿੱਚਿਆ ਜਾਂਦਾ ਰਾਜੇ, ਇਨਪੁੱਟ ਕਿਹਦੇ ਬਰਾਬਰ ਹੁੰਦੀ ਹੈਗੀ, ਆਊਟਪੁੱਟ ਪਲੱਸ ਲੋਸਿਸ ਦੇ। ਵੀ ਜਿਹੜਾ ਪ੍ਰਾਇਮਰੀ ਵੱਲ ਕਰੰਟ ਆਏਗਾ ਉਹ ਕਰੰਟ 2 ਚੀਜ਼ਾਂ ਦੀ ਪੂਰਤੀ ਕਰੇਗਾ, ਇੱਕ ਤਾਂ ਉਹ ਲੋਡ ਦੀ ਪੂਰਤੀ ਕਰੇਗਾ ਤੇ ਦੂਜਾ ਕਾਹਦੀ ਪੂਰਤੀ ਕਰੇਗਾ, ਉਹ ਤੁਹਾਡੇ ਜਿਹੜੇ ਇਹਦੇ ਅੰਦਰਲੇ ਪਾਸੇ ਚਾਹੇ ਤਾਂ ਉਹ ਕੋਰ ਦੇ ਲੋਸ ਨੇਗੇ ਤੇ ਚਾਹੇ ਉਹ ਵਾਈਂਡਿੰਗ ਦੇ ਲੋਸ ਨੇਗੇ, ਉਹ ਸਾਰੇ ਲੋਸਿਸ ਦੀ ਪੂਰਤੀ ਕਰੇਗਾ। ਤਾਂ ਲੋਸਿਸ ਕਿੱਥੋਂ ਮਿਲਦੇ ਹੁੰਦੇ ਆ ਸਾਨੂੰ, ਐਫੀਸ਼ੀਐਂਸੀ ਤੋਂ। ਮੰਨ ਲਓ ਕਿਸੇ ਚੀਜ਼ ਦੀ ਐਫੀਸ਼ੀਐਂਸੀ 60% ਆ ਗਈ, ਇਹਦਾ ਮਤਲਬ ਕੀ ਆ 40% ਉਹਦੇ ਕੀ ਆ ਲੋਸ ਨੇਗੇ, ਵੀ 60% ਤਾਂ ਉਹ ਲੋਡ ਚਲਾ ਰਿਹਾ ਹੈਗਾ, 40% ਉਹਦੇ ਲੋਸਿਸ ਨੇਗੇ। ਤਾਂ ਹੁਣ ਦੇਖ ਲਓ ਕੁਐਸਚਨ ਕੀ ਹੈਗਾ। ਕੁਐਸਚਨ ਦੇਖੋ ਰਾਜੇ, ਅਗਲੇ ਕੁਐਸਚਨ ਦੇ ਵਿੱਚ ਉਹਨੇ ਕਿਹਾ ਹੋਇਆਗਾ, ਆਹ ਕੁਐਸਚਨ ਕਰ ਰਹੇ ਹੈਗੇ ਆਪਾਂ। ਅੱਛਾ ਆਹ ਵੀ ਕੁਐਸਚਨ ਇੱਕੋ ਜਿਹੀ ਕੀ ਆ, ਇਹ ਟਰਾਂਸਫਾਰਮਰ ਇਜ਼ ਯੂਜ਼ਡ ਟੂ ਲਾਈਟ ਏ 60 ਵਾਟ, ਲਾਈਟ ਏ 60 ਵਾਟ 60 ਵਾਟ ਦਾ ਬਲਬ ਚਲਾ ਰਿਹਾ ਇੱਕ ਟਰਾਂਸਫਾਰਮਰ, ਐਂਡ 110 ਵੋਲਟ ਬਲਬ ਫਰੋਮ 220 ਵੋਲਟ ਮੀਨਸ। ਆਹ ਟਰਾਂਸਫਾਰਮਰ ਹੈਗਾ ਜੀ। ਪ੍ਰਾਇਮਰੀ ਸਾਈਡ ਦੇ ਉੱਪਰ ਜਿਹੜੀ ਵੋਲਟੇਜ ਹੈਗੀ ਉਹ ਹੈਗੀ ਆ 220 ਵੋਲਟ। ਸੈਕੰਡਰੀ ਸਾਈਡ ਦੇ ਉੱਪਰ ਵੋਲਟੇਜ ਦੇਖੋ 110 ਵੋਲਟ ਦਾ ਕਹਿੰਦਾ ਇੱਕ ਬੱਲਬ ਲੱਗਿਆ ਹੋਇਆ। ਆਹ ਬੱਲਬ ਹੈਗਾ 60 ਵਾਟ ਦਾ ਤੇ ਜਿਹੜੀ ਇਹਦੀ ਹੈਗੀ ਵੋਲਟੇਜ ਉਹ ਹੈਗੀ ਆ 110 ਵੋਲਟ। ਠੀਕ,
ਇਫ ਦਾ ਮੇਨ ਕਰੰਟ ਇਜ਼ 1.5 ਜਿਹੜਾ ਪ੍ਰਾਇਮਰੀ ਵਾਲੇ ਪਾਸੇ ਮੇਨ ਕਰੰਟ, ਇਹਦਾ ਮਤਲਬ V1 ਸਾਡੀ ਕਿੰਨੀ ਹੈ ਪ੍ਰਾਇਮਰੀ 220 ਵੋਲਟ ਤੇ I1 ਕਿੰਨਾ ਸਾਡਾ, ਉਹਨੇ ਕਿਹਾ ਨਾ ਮੇਨ ਕਰੰਟ ਹੈਗਾ 1.5 ਐਂਪੀਅਰ। ਓਕੇ, ਇਹ ਹੈਗਾ 1.5 ਬਟ ਇਹਦਾ ਐਫੀਸ਼ੀਐਂਸੀ ਆਫ ਟਰਾਂਸਫਾਰਮਰ ਹੈ। ਜੇ ਐਫੀਸ਼ੀਐਂਸੀ ਹੁਣੇ ਦੱਸ ਕੇ ਹਟਿਆ ਤੁਹਾਨੂੰ, ਐਫੀਸ਼ੀਐਂਸੀ ਹੁੰਦੀ ਆ ਆਊਟਪੁੱਟ ਵਟਾ ਇਨਪੁੱਟ, ਇਹੀ ਹੁੰਦੀ ਹੈ ਬੱਚੇ ਆਊਟਪੁੱਟ ਵਟਾ ਇਨਪੁੱਟ, ਹੈ ਨਾ। ਆਊਟਪੁੱਟ ਇਹਦੀ ਕਿੰਨੀ ਹੈਗੀ 60 ਵਾਟ, ਕਿਉਂਕਿ ਜਿਹੜੀ ਪਾਵਰ ਲੱਗੀ ਹੋਈ ਆ ਉਹੀ ਬੱਲਬ ਆ ਨਾ ਸਾਡਾ, ਇਹੀ ਆਊਟਪੁੱਟ ਹੈ ਨਾ 60 ਹੈਗੀ ਆ ਆਊਟਪੁੱਟ। ਇਨਪੁੱਟ ਕਿਵੇਂ ਕੱਢਾਂਗੇ, ਇਨਪੁੱਟ ਦਾ ਕਰੰਟ ਇਨਪੁੱਟ ਦੀ ਵੋਲਟੇਜ, ਆ ਦੋਨਾਂ ਨੂੰ ਮਲਟੀਪਲਾਈ ਕਰਨਾ ਪਊ ਆਪਸ 'ਚ, ਵੀ ਜਿਹੜੀ ਪਾਵਰ ਹੈਗੀ ਪਾਵਰ ਇਜ਼ ਇਕੁਅਲ ਟੂ ਵੋਲਟੇਜ ਗੁਣਾ ਕਰੰਟ। ਵੋਲਟੇਜ ਕਿੰਨੀ ਹੈਗੀ ਬੱਚਿਓ, ਪ੍ਰਾਇਮਰੀ ਦੀ ਵੋਲਟੇਜ ਕਿੰਨੀ ਹੈ 220 ਗੁਣਾ ਕਰੰਟ ਕਿੰਨਾ ਹੈਗਾ ਪ੍ਰਾਇਮਰੀ ਦਾ, ਹਾਂਜੀ 1.5, ਤਾਂ ਮਤਲਬ ਇਹ ਕਿੰਨਾ ਆ ਜਾਊਗਾ 220 ਨੂੰ ਜਦੋਂ ਆਪਾਂ 1.5 ਨਾਲ ਕਰਾਂਗੇ 330 ਆ ਜਾਊਗਾ, ਹੈ ਨਾ 330 VA ਆਊਗਾ ਨਾ, ਕਿਉਂਕਿ ਵੋਲਟੇਜ ਦੇ ਕਰੰਟ ਨੂੰ ਮਲਟੀਪਲਾਈ ਕੀਤਾ ਜਾਈਏ। ਸਾਨੂੰ cos ਫਾਈ ਪਤਾ ਹੁੰਦਾ, ਫਿਰ ਆਪਾਂ ਕੀ ਕੱਢਦੇ, ਫਿਰ ਆਪਾਂ ਵਾਟ ਕੱਢ ਲੈਂਦੇ, ਪਰ ਇੱਥੇ ਲੋੜ ਨਹੀਂ ਹੈਗੀ ਕੱਢਣ ਦੀ। ਤਾਂ ਸਾਡੇ ਕੋਲੇ ਜਿਹੜੀ ਇਨਪੁੱਟ ਆਈ ਆ ਉਹ ਹੈਗੀ ਆ 330 VA। ਹੁਣ ਤੁਸੀਂ ਇਹਨੂੰ ਕੈਲਕੂਲੇਟਰ ਦੇ ਉੱਪਰ ਜੇ ਗੁਣਾ ਕਰਕੇ ਦੇਖ ਲਓ, 60/330 ਕਰਕੇ ਦੇਖ ਲਓ, ਤੁਹਾਨੂੰ ਪਤਾ ਲੱਗ ਜਾਊ ਵੀ ਟੋਟਲ ਤੁਹਾਡੀ ਜਿਹੜੀ KV ਰੇਟਿੰਗ ਹੈਗੀ ਉਹ ਐਫੀਸ਼ੀਐਂਸੀ ਜਿਹੜੀ ਤੁਹਾਡੀ ਉਹ ਆਉਂਦੀ ਕਿੰਨੀ ਹੈਗੀ। ਆਪਣੇ ਕੈਲਕੂਲੇਟਰਾਂ ਦੇ ਉੱਪਰ 60/330 ਕਰ ਲਓ, ਇਹ ਆ ਗਈ ਰਾਜੇ ਗੁਣਾ 100 ਵੀ ਕਰਨਾ ਪਊਗਾ ਨਾ ਪਰਸੈਂਟੇਜ ਕੱਢਣ ਵਾਸਤੇ, ਇਹ ਤੁਹਾਡੀ ਆ ਗਈ 18.18%। ਤਾਂ ਆਹ ਆਨਸਰ ਆ ਰਾਜੇ, ਇਹ ਆਨਸਰ ਇਹਦਾ। ਠੀਕ ਹੈ, ਸਮਝ ਲੱਗ ਗਿਆ ਕੁਐਸਚਨ। ਆ ਲਓ ਜੀ, ਨੈਕਸਟ ਕੁਐਸਚਨ ਦੇ ਵਿੱਚ ਕੀ ਕਿਹਾ ਇਹਨੇ, ਆਊਟਪੁੱਟ ਸਰਕਟ ਹੈਜ਼ ਏ ਕਰੰਟ ਆਫ 4 ਐਂਪੀਅਰ। ਜਿੰਨਾ ਕੁ ਰਾਜੇ ਕੁਐਸਚਨ ਬਣਾਉਂਦਾ ਹੁੰਦਾ ਨਾ ਉਹਦੇ 'ਤੇ ਡਾਇਗਰਾਮ ਬਣਾ ਲਿਆ ਕਰੋ। ਉੱਦਾਂ ਸਾਨੂੰ ਨਾ ਜਿਹੜੀਆਂ, ਤੁਹਾਨੂੰ ਇੱਕ ਗੱਲ ਦੱਸਦਾ, ਜਿਹੜੀ ਸਾਡੀ ਹਿਊਮਨ ਮੈਂਟੈਲਿਟੀ ਹੈਗੀ, ਜਿਹੜਾ ਸਾਡਾ ਦਿਮਾਗ ਹੈਗਾ, ਉਹ ਹਮੇਸ਼ਾ ਜਿਹੜੀਆਂ ਫੋਟੋਆਂ ਹੁੰਦੀਆਂ ਨੇਗੀਆਂ ਉਹਨਾਂ ਨੂੰ ਤਾਂ ਸੌਖਾ ਪੜ੍ਹ ਲੈਂਦਾ ਹੈਗਾ, ਪਰ ਜਿਹੜੇ ਅੱਖਰ ਲਿਖੇ ਹੁੰਦੇ ਆ ਉਹਨਾਂ ਨੂੰ ਪੜ੍ਹਦਾ ਨਹੀਂ ਹੈਗਾ। ਇਹੀ ਕਾਰਨ ਹੈਗਾ ਵੀ ਜਿਹੜੀਆਂ ਫਿਲਮਾਂ ਨੇਗੀਆਂ ਸਾਨੂੰ ਉਹ ਸੁਹਾਵਣੀਆਂ ਲੱਗਦੀਆਂ ਨੇ, ਕਿਤਾਬਾਂ ਪੜ੍ਹਨੀਆਂ ਸਾਨੂੰ ਔਖੀਆਂ ਲੱਗਦੀਆਂ ਨੇਗੀਆਂ, ਹੈ ਨਾ। ਕਹਿੰਦਾ ਆਊਟਪੁੱਟ ਕਰੰਟ ਹੈਜ਼ 4 ਐਂਪੀਅਰ ਕਰੰਟ ਹੈਗਾ ਆਊਟਪੁੱਟ ਦਾ, ਅਤੇ ਵੋਲਟੇਜ ਹੈਗੀ ਆ 220। ਇੱਦਾਂ ਡਾਇਗਰਾਮ ਜੀ ਬਣਾ ਲਓ, ਤੁਹਾਨੂੰ ਸਾਰਾ ਕੁਝ ਆਪਣੇ ਆਪ ਸਮਝ ਆਉਣ ਲੱਗ ਜਾਊਗਾ। ਐਫੀਸ਼ੀਐਂਸੀ ਜਿਹੜੀ ਹੈਗੀ ਹੈ, ਕਹਿੰਦਾ ਐਫੀਸ਼ੀਐਂਸੀ ਹੈਗੀ ਆ 60%, ਬਟ ਇਜ਼ ਦਾ ਕਰੰਟ ਇਨ ਦਾ ਪ੍ਰਾਇਮਰੀ ਵਾਈਂਡਿੰਗ। ਹੁਣ ਬੱਚੇ ਉਹੀ ਗੱਲ, ਕੁਐਸਚਨ ਇੱਥੇ ਫੇਰ ਆ ਗਿਆ, ਪ੍ਰਾਇਮਰੀ ਵਾਈਂਡਿੰਗ ਦੇ ਵਿੱਚ ਕਰੰਟ ਪੁੱਛਿਆ ਹੈਗਾ। ਪ੍ਰਾਇਮਰੀ ਵਾਈਂਡਿੰਗ ਦੇ ਵਿੱਚ ਕਰੰਟ ਰਾਜੇ ਕਿਵੇਂ ਪਤਾ ਲੱਗੂ, ਵੈਸੇ ਤਾਂ ਇੱਕ ਗੱਲ ਯਾਦ ਰੱਖਿਓ ਰਾਜੇ, ਜੇ ਤਾਂ ਇੱਥੇ ਦਿੱਤੀ ਹੁੰਦੀ 100% ਐਫੀਸ਼ੀਐਂਸੀ, ਫਿਰ ਤਾਂ ਆਪਾਂ ਸਿੱਧਾ ਹੀ ਕੱਢ ਲੈਂਦੇ ਵੀ ਇੱਧਰਲੇ ਪਾਸੇ ਪ੍ਰਾਇਮਰੀ ਵਾਲੇ ਪਾਸੇ ਦੇਖੋ ਵੋਲਟੇਜ ਦਿੱਤੀ ਹੋਈ ਹੈ, ਸੌਰੀ ਇੱਥੋਂ ਕੁਐਸਚਨ ਸ਼ੁਰੂ ਹੁੰਦਾ 110 ਦਿੱਤੀ ਹੋਈ ਹੈ ਰਾਜੇ, ਪ੍ਰਾਇਮਰੀ ਵਾਲੀ ਵੋਲਟੇਜ ਜਿਹੜੀ ਹੈ 110 ਦਿੱਤੀ ਹੋਈ ਆ, ਫਿਰ ਤਾਂ ਆਪਾਂ ਇੱਥੋਂ ਹੀ ਕੱਢ ਲੈਂਦੇ V2/V1 ਡਿਵਾਈਡ ਇਜ਼ ਇਕਲ ਟੂ I1/I2 ਕਰਕੇ। ਆਹ ਫਾਰਮੂਲੇ ਦੇ ਵਿੱਚੋਂ ਆਪਾਂ ਕੀ ਕੱਢ ਲੈਂਦੇ, ਆਪਾਂ I1 ਕੱਢ ਲੈਂਦੇ, ਜੇ ਸਾਨੂੰ ਐਫੀਸ਼ੀਐਂਸੀ ਇੱਥੇ 100% ਦਿੱਤੀ ਹੁੰਦੀ। ਹੁਣ ਐਫੀਸ਼ੀਐਂਸੀ ਦਾ ਦਿੱਕਤ ਤਾਂ ਤੁਹਾਨੂੰ ਪਤਾ ਹੀ ਆ ਨਾ ਕੀ ਆ, ਵੀਰਾ ਇਹ ਕਰੰਟ ਆ ਨਾ ਸਿਰਫ ਟਰਨ ਰੇਸ਼ੋ ਦੇ ਹਿਸਾਬ ਨਾਲ ਫਲੋ ਹੋਏਗਾ, I1 ਦੇ ਵਿੱਚ ਕੁਛ ਨਾ ਕੁਛ ਲਾਸਿਸ ਵਾਲੇ ਕਰੰਟ ਵੀ ਹੋਣਗੇ, ਤਾਂ ਉਹ ਆਪਾਂ ਨੂੰ ਕੱਢਣਾ ਪਊ ਵੀ ਜਿਹਦੇ ਵਿੱਚ ਲਾਸਿਸ ਅਸਲ ਦੇ ਵਿੱਚ ਹੋ ਕਿੰਨੇ ਰਿਹਾ। ਤਾਂ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ ਪਊਗਾ ਬੱਚੇ, ਸਾਨੂੰ ਕੱਢਣਾ ਪਊਗਾ ਇੱਧਰਲੇ ਪਾਸੇ ਪਾਵਰ, ਦੇਖੋ ਕਿੰਨੀ ਹੈਗੀ ਪਾਵਰ, ਦੇਖੋ ਇਹਦੇ ਵਿੱਚ ਕਿੰਨੀ ਬਣਦੀ ਪਈ ਹੈ, ਜਿਹੜੀ ਪਾਵਰ ਟੋਟਲ ਬਣੀ ਹੈਗੀ ਸਾਡੀ ਉਹ ਕਿੰਨੀ ਬਣੀ ਹੈਗੀ ਬੱਚੇ, ਇੱਧਰਲੇ ਪਾਸੇ ਆਊਟਪੁੱਟ ਪਾਵਰ ਕਿੰਨੀ ਦੇਖਿਓ ਕਿੰਨੀ ਹੈਗੀ, ਆਊਟਪੁੱਟ ਪਾਵਰ ਹੈਗੀ V2 × I2, V2 ਹੈਗੀ ਆ 220 ਗੁਣਾ 4, ਕਿੰਨਾ ਆ ਗਿਆ ਰਾਜੇ 880 VA ਆ ਗਿਆ ਆਊਟਪੁੱਟ। ਹੁਣ ਆਪਾਂ ਕੱਢਣੀ ਹੈਗੀ ਇਨਪੁੱਟ। ਐਫੀਸ਼ੀਐਂਸੀ ਦਾ ਫਾਰਮੂਲਾ ਦਿਖਾਇਆ ਸੀਗਾ ਨਾ ਤੁਹਾਨੂੰ ਕੀ ਹੁੰਦਾ ਹੈਗਾ, ਐਫੀਸ਼ੀਐਂਸੀ ਦਾ ਫਾਰਮੂਲਾ ਹੈਗਾ ਜੀ, ਐਫੀਸ਼ੀਐਂਸੀ ਦਾ ਫਾਰਮੂਲਾ ਦੇਖੋ ਆਊਟਪੁੱਟ ਬਟਾ ਇਨਪੁੱਟ। ਆਊਟਪੁੱਟ ਕਿੰਨੀ ਆਈ ਆ 880, ਠੀਕ ਹੈ, ਇਨਪੁੱਟ ਸਾਨੂੰ ਪਤਾ ਨਹੀਂ ਹੈਗੀ। ਐਫੀਸ਼ੀਐਂਸੀ ਕਿੰਨੀ ਆ 60%, ਪਰਸੈਂਟ ਦਾ ਥੱਲੇ ਕੀ ਲਾਉਣਾ ਪਊਗਾ 100, ਤਾਂ ਇਹਦੇ ਨਾਲ ਆ ਕੱਟ ਗਿਆ ਬੱਚੇ, ਠੀਕ ਹੈ। ਉਸ ਤੋਂ ਬਾਅਦ ਕ੍ਰੋਸ ਮਲਟੀਪਲਾਈ, ਤਾਂ ਇਨਪੁੱਟ ਕਿਵੇਂ ਨਿਕਲੂਗੀ, ਇਨਪੁੱਟ ਨਿਕਲੂਗੀ ਇਹਨੂੰ 880 ਨੂੰ ਗੁਣਾ ਕਰਾਂਗੇ 10 ਨਾਲ, ਅਤੇ ਹੇਠਲੇ ਪਾਸੇ ਆ ਜਾਊਗਾ 6, ਠੀਕ ਹੈ, 5 ਆ ਗਿਆ 3 ਆ ਗਿਆ। ਇਹਨੂੰ ਤੁਸੀਂ ਕੈਲਕੂਲੇਟਰ ਦੇ ਉੱਪਰ ਕਰਕੇ ਦੇਖ ਲਓ ਵੀ ਇਨਪੁੱਟ ਤੇ ਜਿਹੜੀ ਤੁਹਾਡੀ ਆਉਂਦੀ ਕਿੰਨੀ ਹੈਗੀ। 880 ਨੂੰ ਗੁਣਾ ਕਰ ਲਓ ਜੀ 5 ਦੇ ਨਾਲ, ਅਤੇ ਉਹਨੂੰ ਵੰਡ ਕਰ ਦਿਓ, ਉਸ ਤੋਂ ਬਾਅਦ 4400 ਆ ਗਿਆ, ਉਹਨੂੰ ਵੰਡ ਕਰ ਦਿਓ 3 ਦੇ ਨਾਲ। ਇੱਥੋਂ ਤੁਹਾਡੇ ਕੋਲ ਜਿਹੜਾ ਇਨਪੁੱਟ ਆਈ ਹੈਗੀ ਤੁਹਾਡੀ, ਇਨਪੁੱਟ ਆ ਗਈ ਤੁਹਾਡੀ 1466 VA ਆ ਗਈ, 66.6 ਆ ਗਈ VA। ਹੁਣ ਪ੍ਰਾਇਮਰੀ ਦੀ ਵੋਲਟੇਜ ਸਾਨੂੰ ਪਤਾ ਨਾ V1 ਕਿੰਨੀ ਹੈਗੀ, ਜਿਹੜੀ ਕਿਸੇ ਵੀ ਟਰਾਂਸਫਾਰਮਰ ਦੀ KVA ਹੈਗੀ ਉਹ KVA ਕਿਵੇਂ ਬਣਦੀ ਹੁੰਦੀ ਹੈ, KVA ਬਣਦੀ ਹੁੰਦੀ ਵਿੱਚ V1 ਨੂੰ ਮਲਟੀਪਲਾਈ ਕਰ ਲਓ I1 ਦੇ ਨਾਲ, ਉੱਥੋਂ KVA ਬਣੂਗੀ, ਜਾਂ V2 ਨੂੰ ਮਲਟੀਪਲਾਈ ਕਰ ਲਓ I2 ਨਾਲ। ਹੁਣ ਕਿਉਂਕਿ ਐਫੀਸ਼ੀਐਂਸੀ ਦਿੱਤੀ ਸਾ, ਇਨਪੁੱਟ ਤਾਂ ਸਾਨੂੰ ਅਲੱਗ ਤੋਂ ਕੱਢਣੀ ਪੈਣੀ ਸੀਗੀ ਨਾ,
ਤਾਂ ਇਨਪੁਟ ਦੇ ਵਿੱਚ ਇੰਨੀ ਤੁਹਾਡੇ ਕੀ ਆ ਗਿਆ, ਟਰਾਂਸਫਾਰਮਰ ਅਸਲ ਦੇ ਵਿੱਚ ਇੰਨੀ ਇਨਪੁਟ ਲੈ ਰਿਹਾ ਹੈਗਾ। ਇਹ ਇਨਪੁਟ ਦੇ ਹਿਸਾਬ ਨਾਲ ਜੇ ਆਪਾਂ ਕੱਢੀਏ, ਆਪਣੇ ਕੋਲੇ ਆਪਾਂ ਆਹ V2 ਇੱਥੇ ਆਊਗਾ 1466 ਕੱਢਣੀ ਆ, V1 ਸਾਨੂੰ ਪਤਾ ਸੌਰੀ, ਤਾਂ 110 ਨਾਲ ਇਹਨੂੰ ਡਿਵਾਈਡ ਕਰ ਦਿਓ। 1466 ਆਇਆ ਨਾ, 1466 ਨੂੰ ਆਪਾਂ ਦੇਖ ਲਓ, ਤੁਹਾਨੂੰ ਕੁਐਸਚਨ ਦਿਖਾ ਦਿੰਦਾ ਗਾ। ਇੱਥੇ ਸਾਡਾ ਇਹਦਾ ਆਨਸਰ ਆ ਗਿਆ 1466 ਤੇ 1466 ਆ ਗਿਆ। ਇਨਪੁਟ ਵਾਲੇ ਪਾਸੇ ਵੋਲਟੇਜ ਦੇਖ ਲਓ ਕਿੰਨੀ ਹੈ, 110। ਇਹਨੂੰ ਗੁਣਾ ਕਰਕੇ ਦੇਖ ਲਓ ਜੀ 110 ਨਾਲ, ਇਹ ਤੁਹਾਡਾ ਆ ਗਿਆ 13.13 ਐਂਪੀਅਰ ਆ ਗਿਆ, 13.33 ਹੈਗਾ ਕਿਤੇ, ਹੈਗਾ ਰਾਜੇ, ਆਹ ਆਨਸਰ ਹੈਗਾ। ਸਮਝ ਆ ਗਿਆ ਮੇਰਾ ਕੁਐਸਚਨ? ਆਪਾਂ ਕੀ ਕੀਤਾ, ਪਹਿਲਾਂ ਆਊਟਪੁੱਟ ਦੇ ਵਿੱਚ ਪਾਵਰ ਕੱਢ ਲਈ, ਆਊਟਪੁੱਟ ਪਾਵਰ, ਕਿਉਂਕਿ ਐਫੀਸ਼ੀਐਂਸੀ ਦਿੱਤੀ ਸੀਗੀ ਤਾਂ ਇਨਪੁਟ ਕੱਢ ਲਈ, ਇਨਪੁਟ ਕੱਢ ਕੇ ਵੋਲਟੇਜ ਪਤਾ ਸੀਗੀ, ਇਨਪੁਟ ਵੋਲਟੇਜ ਪਤਾ ਸੀਗਾ, ਕਰੰਟ ਕੱਢ ਲਿਆ। ਠੀਕ ਆ, ਨੈਕਸਟ ਕੁਐਸਚਨ ਦੇਖ ਲਓ ਜੀ। ਨੈਕਸਟ ਕੁਐਸਚਨ ਦੇਖੋ ਰਾਜੇ, ਨੈਕਸਟ ਕੁਐਸਚਨ ਦੇ ਵਿੱਚ ਕੀ ਹੈਗਾ, ਇਹ ਕੁਐਸਚਨ ਆਪ ਹੀ ਕਰ ਲਓਗੇ ਤੁਸੀਂ, ਇਹਦੇ 'ਚ ਤਾਂ ਸੌਖਾ ਹੀ ਆ ਨਾ। ਇਹਦੇ ਵਿੱਚ ਉਹਨੇ ਐਫੀਸ਼ੀਐਂਸੀ ਵਾਲਾ ਕੋਈ ਰੌਲਾ ਨਹੀਂ ਪਾਇਆ। ਇਹਨੇ ਕੀ ਕਿਹਾ, ਕਰੰਟ ਇਨ ਦਾ ਪ੍ਰਾਇਮਰੀ ਵਾਈਂਡਿੰਗ ਸਰਕਟ ਐਂਡ ਸੈਕੰਡਰੀ ਦਿਸ ਐਂਡ ਦਿਸ। I1 ਦੀ ਵੈਲਿਊ ਰਾਜੇ ਤੁਹਾਨੂੰ ਦੇਤੀ, I1 ਦੀ ਵੈਲਿਊ ਦਿੱਤੀ ਹੈਗੀ ਤੁਹਾਨੂੰ, ਦੇਖੋ 20 ਐਂਪੀਅਰ, I2 ਦੀ ਵੈਲਿਊ ਦਿੱਤੀ ਹੈ ਤੁਹਾਨੂੰ 4 ਐਂਪੀਅਰ। ਕੀ ਪਤਾ ਲੱਗਦਾ ਗਾ, ਇਹ ਸੈਕੰਡਰੀ ਸਾਈਡ ਵਾਲੇ ਪਾਸੇ ਕਰੰਟ ਘਟ ਰਿਹਾ, ਦਾ ਮਤਲਬ ਵੋਲਟੇਜ ਵੱਧ ਰਹੀ ਹੋਊਗੀ। ਇਹਦਾ ਮਤਲਬ ਕੀ ਹੈ, ਸਟੈਪ ਅਪ ਟਰਾਂਸਫਾਰਮਰ ਹੈਗਾ। ਠੀਕ ਹੈ, ਇਫ ਦਾ ਨੰਬਰ ਆਫ ਟਰਨ ਇਨ ਦਾ ਪ੍ਰਾਇਮਰੀ ਕੋਇਲ ਇਜ਼ 560, N1 ਦਿੱਤਾ ਹੋਇਆ ਹੈਗਾ 560, N2 ਕੱਢਣਾ ਕਹਿੰਦਾ। ਐਫੀਸ਼ੀਐਂਸੀ 100% ਆ ਇੰਪੋਰਟੈਂਟ ਚੀਜ਼ ਆ। ਜੇ ਐਫੀਸ਼ੀਐਂਸੀ 100% ਆ, ਸਿੱਧਾ ਫਾਰਮੂਲਾ ਲੱਗ ਜੂਗਾ ਰਾਜੇ, N2 ਦਾ ਫਾਰਮੂਲਾ ਲਗਾ ਲਓ ਜੀ। N1 ਵਟਾ ਜਿਹੜਾ N2 ਹੁੰਦਾ ਹੈਗਾ ਬਰਾਬਰ ਹੈ, ਕਰੰਟ ਹਮੇਸ਼ਾ ਇਹਦੋਂ ਪੁੱਠਾ ਹੁੰਦਾ, ਵੋਲਟੇਜ ਤਾਂ ਇਹਦੇ ਇਕੁਅਲ ਹੁੰਦੀ ਹੈ ਨਾ, V1 ਵਟਾ V2 ਲਿਖਾਂਗੇ ਨਾ ਵੋਲਟੇਜ ਨੂੰ ਤਾਂ, ਪਰ ਕਰੰਟ ਆਊਗਾ ਉੱਪਰ, ਜੇ N1 ਲਿਖਿਆ ਤਾਂ ਕਰੰਟ ਆਊਗਾ I2, ਇਹ ਆਊਗਾ I1। ਤਾਂ ਇੱਥੇ ਭਰ ਕੇ ਦੇਖ ਲਓ ਜੀ ਵੈਲਿਊ, N1 ਦੀ ਵੈਲਿਊ ਕਿੰਨੀ ਹੈਗੀ ਤੁਹਾਡੇ ਕੋਲੇ, N1 ਦੀ ਵੈਲਿਊ ਹੈਗੀ ਆ 560, N2 ਤੁਹਾਨੂੰ ਪਤਾ ਨਹੀਂ ਹੈਗਾ, N2 ਨੂੰ N2 ਲਿਖ ਲੈਂਦੇ ਆ। I2 ਦੀ ਵੈਲਿਊ ਹੈਗੀ ਆ 4, I1 ਦੀ ਵੈਲਿਊ ਹੈਗੀ ਆ 20, ਕ੍ਰੋਸ ਮਲਟੀਪਲਾਈ N2 ਇਜ਼ ਇਕੁਅਲ ਟੂ 560 ਗੁਣਾ 20 ਵੰਡ 4, ਕਿੰਨਾ ਆ ਗਿਆ ਰਾਜੇ ਇਹਦਾ ਤੁਹਾਡਾ, 5 ਚੌਕਾ 5 ਆ ਗਿਆ। 560 ਨੂੰ ਜਦੋਂ ਆਪਾਂ 5 ਨਾਲ ਕਰਾਂਗੇ, ਇਹਨੂੰ 560 ਨੂੰ 5 ਨਾਲ ਕਰਕੇ ਦੇਖ ਲਓ, ਗੁਣਾ 5 ਨਾਲ ਕਿੰਨਾ ਬਣਦਾ 2800। ਆਹ ਟਰਨ ਆ ਗਈਆਂ ਵੀ ਹੋ ਗਿਆ ਵੈਸੇ, ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਜੀ, ਨੇਮ ਦਾ ਟਾਈਪ ਆਫ ਕਰੰਟ ਦੈਟ ਇਜ਼ ਇੰਡਿਊਸਡ ਔਨ ਦਾ ਸਰਫੇਸ ਆਫ ਮੈਟੈਲਿਕ ਸੋਲਿਡ। ਜੇ ਤੁਹਾਡੇ ਕੋਲੇ ਕੋਈ ਵੈਨ ਮੂਵਡ ਇਨ ਦਾ ਨੋਨ ਯੂਨੀਫਾਰਮ, ਇੱਕ ਨੋਨ ਮੈਗਨੈਟਿਕ ਯੂਨੀਫਾਰਮ ਫੀਲਡ ਆ, ਨੋਨ ਯੂਨੀਫਾਰਮ, ਕਦੇ ਵੱਧਦਾ ਕਦੇ ਘਟਦਾ, ਯੂਨੀਫਾਰਮ ਫੀਲਡ ਨਹੀਂ ਹੈਗਾ। ਉਹਦੇ ਅੰਦਰ ਜੇ ਆਪਾਂ ਕਿਸੇ ਕਨੈਕਟਰ ਨੂੰ ਰੱਖ ਕੇ, ਦੇਖੋ ਮੈਟੈਲਿਕ ਸੋਲਿਡ ਹੈਗਾ ਨਾ, ਮੈਟੈਲਿਕ ਸੋਲਿਡ ਨੂੰ ਰੱਖ ਕੇ, ਮੈਟਲ ਦਾ ਬਣਿਆ ਹੋਇਆ ਕੋਈ ਸੋਲਿਡ ਨੂੰ ਜਦੋਂ ਆ ਕੇ ਹਿਲਾਵਾਂਗੇ ਤਾਂ ਇਹਦੇ ਅੰਦਰ ਵਧਣ ਘਟਣ ਦੇ ਕਰਕੇ ਜਿਹੜੇ ਕਰੰਟ ਇੰਡਿਊਸਡ ਹੋਣਗੇ, ਉਹਨਾਂ ਕਰੰਟ ਨੂੰ ਆਪਾਂ ਕੀ ਕਹਿੰਦੇ ਆ, ਐਡੀ ਕਰੰਟ ਕਹਿੰਦੇ ਆ ਰਾਜੇ। ਇਹਦਾ ਆਨਸਰ ਹੈਗਾ ਜਿਹੜਾ, ਉਹ ਐਡੀ ਕਰੰਟ ਆਏਗਾ। ਠੀਕ ਹੈ ਜੀ, ਅਗਲਾ ਕੁਐਸਚਨ ਵੀ ਕਰ ਲੈਂਦੇ ਹਾਂ, ਸੌਖਾ ਹੀ ਹੈਗਾ। ਵਿਚ ਆਫ ਦਾ ਫੋਲੋਇੰਗ ਪਾਰਟ ਇਜ਼ ਐਬਸੈਂਟ ਇਨ ਦਾ AC ਜਨਰੇਟਰ। AC ਜਨਰੇਟਰ ਦੇ ਵਿੱਚ ਕਹਿੰਦਾ ਕੀ ਐਬਸੈਂਟ ਹੁੰਦਾ ਗਾ, ਦੇਖੋ ਸਲਿਪ ਰਿੰਗ ਹੁੰਦੀ ਹੈ AC ਜਨਰੇਟਰ ਦੇ ਵਿੱਚ। ਸਲਿਪ ਰਿੰਗ ਦਾ ਕੰਮ ਕੀ ਹੁੰਦਾ ਵੀ, ਆਰਮੇਚਰ ਦੇ ਅੰਦਰ ਜਿਹੜਾ ਵੀ ਕਰੰਟ ਆਇਆ ਉਹਨਾਂ ਕਰੰਟ ਨੂੰ ਬਾਹਰੇ ਕੱਢਣਾ, ਇਹ ਸਲਿਪ ਰਿੰਗ ਦਾ ਕੰਮ ਆ। ਬਰਸ਼ਿਜ਼ ਵੀ ਹੁੰਦੇ ਆ ਸਲਿਪ ਰਿੰਗ ਦੇ ਅੰਦਰ, ਬਰਸ਼ ਲੱਗੇ ਹੁੰਦੇ ਹੈਗੇ। ਠੀਕ ਹੈ, ਆਰਮੇਚਰ ਜਿਹੜਾ ਅੰਦਰਲੇ ਪਾਸੇ ਆਰਮੇਚਰ ਆ, ਜਿਹੜੀ AC ਸਪਲਾਈ ਪੈਦਾ ਹੁੰਦੀ ਆ ਆਰਮੇਚਰ 'ਚ ਹੁੰਦੀ ਆ। ਸਪਲਿਟ ਰਿੰਗ, ਸਪਲਿਟ ਰਿੰਗ ਦਾ ਮਤਲਬ ਹੁੰਦਾ ਰਾਜੇ ਕਮੂਟੇਟਰ। ਇਹ ਸਿਰਫ DC ਮਸ਼ੀਨਾਂ ਦੇ ਵਿੱਚ ਹੁੰਦਾ ਹੈਗਾ। ਇਹ AC ਸਪਲਾਈ ਨੂੰ DC ਸਪਲਾਈ ਦੇ ਵਿੱਚ ਬਦਲ ਕੇ ਦਿੰਦਾ ਹੈਗਾ, AC ਸਪਲਾਈ ਨੂੰ DC ਸਪਲਾਈ 'ਚ ਬਦਲਦਾ। ਹੁਣ ਇਹ ਵੀ ਸੁਣ ਲਓ ਵੀ, ਜੇ ਤਾਂ ਤੁਹਾਡੇ ਕੋਲ ਹੈਗਾ DC ਜਨਰੇਟਰ, ਫਿਰ ਤਾਂ ਇਹ ਕੀ ਕਰਦਾ, ਅੰਦਰ ਜਿਹੜੀ ਪੈਦਾ AC ਸਪਲਾਈ ਹੋਈ ਆ ਉਹਨੂੰ DC 'ਚ ਬਦਲ ਕੇ ਬਾਹਰੇ ਦੇ ਦਿੰਦਾ। ਅਤੇ ਜੇ ਹੈਗੀ ਆ DC ਮੋਟਰ, ਉਹਦੇ ਵਾਸਤੇ ਕੀ ਕਰਦਾ, ਜਿਹੜੀ ਬਾਹਰੋਂ ਆਪਾਂ DC ਦਿੰਦੇ ਆਂਗੇ ਉਹਨੂੰ ਇਹ AC ਦੇ ਵਿੱਚ ਬਦਲਦਾ। ਠੀਕ ਹੈ ਬੱਚਿਓ, ਇਸ ਵੀਡੀਓ ਦੇ ਵਿੱਚ ਇੰਨਾ ਕਿ, ਬਾਕੀ ਜਿਹੜੇ ਕੁਐਸਚਨ ਨੇ ਉਹ ਅਗਲੀ ਵੀਡੀਓ ਦੇ ਵਿੱਚ ਕਰਵਾਊਂਗਾ।